ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਵੇਲੇ ਆਪ ਜੀ ਦੇ ਨਾਲ ਹਾਜ਼ਰੀ ਲਵਾਈ ਦੀ ਹੈ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਖਬਰਾਂ ਵੀ ਕਰ ਲਈਆਂ ਤੇ ਗੱਲਾਂ ਬਾਤਾਂ ਵੀ ਕਰ ਲਈਆਂ ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਵੀ ਆਪ ਜੀ ਨੂੰ ਸਮਝ ਵੀ ਲੱਗ ਜੇ ਕਿ ਇਸ ਵਕਤ ਹੋ ਵਾਪਰ ਕੀ ਰਿਹਾ। ਤੇ ਯਕੀਨ ਮੈਨੂੰ ਇਹ ਵੀ ਹੈਗਾ ਕਿ ਵੀ ਬਹੁਤੀ ਸਮਝ ਆਪਾਂ ਨੂੰ ਲੀਡਰਾਂ ਨੇ ਲੱਗਣ ਨਹੀਂ ਦੇਣੀ। $5 ਦੀ ਸ਼ਰਤ ਮੇਰੇ ਵੀਰ ਪਰਮਵੀਰ ਬਾਠ ਹੋਰਾਂ ਦੇ ਨਾਲ ਐਜ਼ ਇਟ ਇਜ਼ ਚੱਲ ਰਹੀ। ਕੀ ਹਾਲ ਬਾਠ ਸਾਹਿਬ? ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ। ਸੰਧਾਲੀਆ ਸਾਹਿਬ, ਮੈਨੂੰ ਨਾ ਇੱਕ ਹੈਰਾਨੀ ਆ, ਮੈਂ ਕੱਲ੍ਹ ਦਾ ਔਖਾ ਬੜਾ। ਤੁਸੀਂ ਭਾਵੇਂ ਔਖੇ ਹੋ ਭਾਵੇਂ ਭਾਰੇ ਹੋ, ਕੋਈ ਫਰਕ ਨਹੀਂ ਪੈਣਾ, ਸ਼ਰਤ ਤੇ ਆ ਅਸੀਂ ਜਿੱਤਣੀ। ਅੱਜ ਗੱਲ ਹੋ ਰਿਹਾ। ਅੱਛਾ, ਹੋਰ ਕਿਸੇ ਗੱਲ? ਹੋਰ ਗੱਲ ਆ, ਉਹ ਤੁਹਾਡਾ ਪਤਾ ਜਦੋਂ ਦਾ ਕੋਵਿਡ ਆਇਆ ਨਾ ਜੀ, ਮੈਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਲੋਕ ਬਹੁਤ ਆ ਤੇ ਲੀਡਰ ਥੋੜ੍ਹੇ ਆ, ਕਿਉਂਕਿ ਘੱਟ ਹੀ ਨਿਕਲਦੇ ਸੀ ਘਰੋਂ ਬਾਹਰ। ਜੇ ਨਿਕਲਦੇ ਵੀ ਸੀ ਤੇ ਇੱਕ ਅੱਧੀ ਕਣਕ ਦੀ ਥੈਲੀ, ਇੱਕ ਅੱਧਾ ਦੁੱਧ ਦਾ ਪੈਕਟ ਫੜਾ ਕੇ ਫੋਟੋ ਖਿਚਾ ਕੇ ਫੇਰ ਘਰੀ। ਲੋੜ ਸੀ ਨਾ ਲੋਕਾਂ ਨੂੰ। ਪਰ ਹੁਣ ਆ ਪਿਛਲੇ 4 ਕੁ ਦਿਨਾਂ ਤੋਂ ਜਦੋਂ ਦੀ ਬਿਜਲੀ ਐਂ ਕਰਨ ਲੱਗੀ ਆ ਬਲਬਾਂ ਦੇ ਵਿੱਚ, ਜਦੋਂ ਦਾ ਪੱਖਾ ਐਂ ਚੱਲਣ ਲੱਗਾ, ਜਦੋਂ ਦੇ ਟਰਾਂਸਫਾਰਮਰ ਪਟਾਕੇ ਮਾਰਨ ਲੱਗੇ ਆ, ਮੈਨੂੰ ਤਾਂ ਐਂ ਵੀ ਲੱਗਣ ਲੱਗ ਪਿਆ ਕਿ ਪੰਜਾਬ ਦੇ ਵਿੱਚ ਝੋਨਾ ਲਾਉਣ ਵਾਲੇ ਥੋੜ੍ਹੇ ਆ ਤੇ ਲੀਡਰ ਬਹੁਤੇ ਆ। ਕਿਉਂਕਿ ਕਿਸੇ ਵੀ ਫੀਡਰ ਦੇ ਮੂਹਰੇ ਦੇਖ ਲਓ, ਚੱਲ ਸਿਆਸੀ ਲੀਡਰ, ਕੋਈ ਪੱਖੀਆਂ ਝੱਲੀ ਜਾਂਦਾ, ਕੋਈ ਸੜਕ ਰੋਕੀ ਜਾਂਦਾ, ਕੋਈ ਡੀਸੀ ਦਫ਼ਤਰ ਦੇ ਮੂਹਰੇ ਜਾਂਦਾ, ਕੋਈ ਬਿਜਲੀ ਬੋਰਡ ਦੇ ਪਾਵਰਕਾਮ ਦੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਵਿੱਚ ਆ ਕੇ ਮੰਗ ਪੱਤਰ ਦੇਈ ਜਾਂਦਾ ਹੈ, ਕੋਈ ਲੀਡਰ ਖੱਡਾਂ ਦੇ ਕੋਲ ਹੈ, ਕੋਈ ਲੀਡਰ ਦਿੱਲੀ 'ਚ ਹੈ, ਕੋਈ ਪਟਿਆਲੇ 'ਚ ਹੈ, ਕੋਈ ਫਾਰਮ ਹਾਊਸ 'ਚ ਹੈ, ਕੋਈ ਮਹਿਲ ਦੇ ਵਿੱਚ ਹੈ। ਜਾਣੀ ਐਂ ਸੱਚੀ ਲੱਗਦਾ ਕਿ ਪੰਜਾਬ ਦੇ ਵਿੱਚ ਕਿਉਂਕਿ ਐਤਕੀ ਪ੍ਰਵਾਸੀ ਲੇਬਰ ਥੋੜ੍ਹੀ ਆਈ ਕਿ ਝੋਨਾ ਲਾਉਣ ਵਾਲੇ ਥੋੜ੍ਹੇ ਨੇ ਪਰ ਲੀਡਰਸ਼ਿਪ ਬਹੁਤੀ ਹੈ। ਦੇਖੋ ਗੱਲ ਹੈ WhatsApp ਵੀ ਇਹ ਮੈਨੂੰ ਥੋੜ੍ਹੀ ਜਿਹੀ ਸਕੂਨ ਦੇਣ ਵਾਲੀ ਤੁਹਾਡੀ ਸਟੇਟਮੈਂਟ ਲੱਗੀ। ਬੜਾ ਤੰਗ ਕੀਤਾ ਮੈਨੂੰ ਤੁਸੀਂ 5-7 ਮਹੀਨਿਆਂ ਤੋਂ ਨਾ। ਪੰਜਾਬ ਬਦਲ ਗਿਆ, ਹੁਣ ਅਸੀਂ ਸਵਾਲ ਪੁੱਛਾਂਗੇ, ਕੋਈ ਨਹੀਂ ਜਾਂਦਾ ਰੈਲੀਆਂ 'ਚ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਰੈਲੀ ਛੱਡ ਕੇ ਇਕੱਲੇ ਥਾਂ 'ਤੇ ਜਿੱਥੇ ਵੀ ਅਸੀਂ ਮਤਲਬ ਕਹਿੰਦੇ ਵੀ ਫਲਾਣੇ ਥਾਂ ਆਉਣਾ ਹੈ, ਉੱਥੇ ਚਿੱਟਾ ਕੁੜਤਾ ਪਜਾਮਾ ਪਾ ਕੇ, ਪੱਗ ਸੋਹਣੀ ਬੰਨ੍ਹ ਕੇ, ਪਟਿਆਂ ਨੂੰ ਤੇਲ ਲਾ ਕੇ ਬੰਦਾ ਨਾਲੇ ਪਹੁੰਚਦਾ, ਨਾਲੇ ਉੱਚੀ ਨਾਅਰੇ ਲਾਉਂਦਾ ਵੀ ਫਲਾਨਾ ਸਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ। ਹੈ ਕਿ ਨਹੀਂ ਪੰਜਾਬ ਤਰੱਕੀ ਦੀਆਂ ਰਾਹਾਂ? ਨਹੀਂ, ਮੈਂ ਸੰਧਾਲੀਆ ਸਾਹਿਬ ਤੁਹਾਡੇ ਨਾਲ ਸਹਿਮਤ ਹਾਂ ਕਿ ਭਾਈ ਜਿੱਥੇ ਵੀ ਅਗਲੇ ਹੋਕਾ ਦਿੰਦੇ ਆ, ਪਾਰਟੀਆਂ ਦੇ ਬੰਦੇ ਜਾਂਦੇ ਆ। ਪਰ ਮੈਂ ਹੁਣ ਤੁਹਾਨੂੰ 1-2 ਉਦਾਹਰਨਾਂ ਦੇਣੀਆਂ। ਨਿੱਕੀਆਂ ਉਦਾਹਰਨਾਂ ਨੇ, ਛੋਟੀਆਂ ਹੀ ਨੇ, ਪਰ ਸੁਣ ਤਾਂ ਲਓ ਨਾ ਥੋੜਾ ਜਿਹਾ। ਹੁਣ ਤਾਂ ਮੰਨ ਲਓ ਕਿ ਰੋਟੀ ਮਗਰੋਂ ਗੋਲੀ ਖਾਣੀ ਹੈ BP ਦੀ ਤੁਸੀਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲੀਡਰਾਂ ਨੇ ਲੀਡਰੀ ਕਰਨੀ ਆ ਤੇ ਉਹਨਾਂ ਨੇ ਆਪਦੇ ਢਿੱਡ ਵਜਾਉਣੇ ਆ, ਆਪਦੀ ਪਿੱਠ ਥਾਪੜਨੀ ਆ। ਪਰ ਹੋ ਕੀ ਰਿਹਾ, ਅੱਗੇ ਲੀਡਰ ਜਾਂਦੇ ਸੀ, ਜਿੱਥੇ ਵੀ ਕਿਤੇ ਦਾ ਸੱਦਾ ਮਿਲਦਾ ਸੀ ਉੱਥੇ ਜਾ ਕੇ ਜ਼ਿੰਦਾਬਾਦ ਮੁਰਦਾਬਾਦ। ਤੇ ਫਿਰ ਪਹਿਲਾਂ ਵੀ ਇਕੱਠ ਹੁੰਦੇ ਸੀ ਕਿ ਫਲਾਨੀ ਜਗ੍ਹਾ ਤੋਂ ਇਸ ਰੈਲੀ ਦੇ ਲਈ, ਇਸ ਧਰਨੇ ਦੇ ਲਈ ਕਾਫਲਾ ਤੁਰਦਾ ਹੋਇਆ ਫਲਾਨੀ ਦੀ ਅਗਵਾਈ 'ਚ, ਤੇ ਮੁੜ ਕੇ ਆਉਂਦੇ ਸੀ। ਆਣ ਕੇ ਦੂਜੇ ਦਿਨ ਫਿਰ ਸਟੇਟਮੈਂਟ ਹੁੰਦੀ ਸੀ, 10 ਜਣੇ ਖੜੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਹਲਕੇ ਦੇ ਵਿੱਚੋਂ ਕਾਫਲਾ ਗਿਆ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੱਧ ਚੜ੍ਹ ਕੇ ਇਸ ਕੰਮ ਦੇ ਵਿੱਚ ਹਿੱਸਾ ਪਾਇਆ। ਪਰ ਹੁਣ ਕੀ ਹੈ, ਜੈਤੋਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿੱਦਾਂ ਸੱਦਾ ਹੀ ਦਿੱਤਾ ਸੀ ਕਿ ਸਾਰੇ ਪਾਸੇ ਆਪਾਂ ਭਾਈ ਧਰਨੇ ਦੇਣੇ ਆ। ਜੈਤੋਂ ਦੇ ਵਿੱਚ ਸਟੇਜ ਲੱਗੀ, ਸੂਬਾ ਸਿੰਘ ਬਾਦਲ ਵੱਡੇ ਲੀਡਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਵਰਕਰ ਇਕੱਠੇ ਹੋਏ। ਜਮਹੂਰੀ ਹੱਕ ਹੈ ਉਹਨਾਂ ਦਾ, ਲੋਕਤੰਤਰੀ, ਕਿ ਭਾਈ ਦੇਖੋ ਬਿਜਲੀ ਨਹੀਂ ਆ ਰਹੀ, ਕਿਸਾਨ ਔਖੇ ਨੇ, ਆ ਸਾਰਾ ਕੁਝ ਹੋ ਰਿਹਾ ਸੀ। ਅਚਾਨਕ ਉੱਥੇ ਕਿਸਾਨ ਵੀ ਆ ਜਾਂਦੇ ਆ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਵੀ ਸੱਦਾ ਦਿੱਤਾ ਸੀ ਕਿ ਭਾਈ ਸਾਡੀ ਸਮੱਸਿਆ ਅਸੀਂ ਤਾਂ ਜਾ ਕੇ ਦੱਸਣੀ ਹੈ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਸਿਆਸੀ ਪਾਰਟੀ ਦੇ ਬੰਦੇ ਬੈਠੇ, ਉਹਨਾਂ ਨੂੰ ਅੱਜ ਕੱਲ੍ਹ ਐਨਕਾਂ ਕਿਸਾਨਾਂ ਨੇ ਤਾਂ ਆਮ ਲੋਕਾਂ ਨੇ ਇੱਕੋ ਹੀ ਲਾਈਆਂ, ਉਹਨਾਂ ਨੂੰ ਕੋਈ ਅਕਾਲੀ ਨਹੀਂ ਦਿਖਦਾ, ਕੋਈ ਕਾਂਗਰਸੀ ਨਹੀਂ, ਕੋਈ ਭਾਜਪਾ ਦਾ ਨਹੀਂ, ਕੋਈ ਆਮ ਆਦਮੀ ਪਾਰਟੀ ਦਾ, ਉਹਨਾਂ ਨੂੰ ਬੰਦੇ ਸਿਆਸੀ ਦਿਖਦੇ ਆ। ਉਹ ਕਹਿੰਦੇ ਚਲੋ ਬਿਜਲੀ ਬੋਰਡ ਵਾਲਿਆਂ ਨੂੰ ਬਾਅਦ 'ਚ ਦੇਖਦੇ ਆ, ਬਾਕੀ ਸਾਰਿਆਂ ਨੂੰ ਬਾਅਦ 'ਚ ਦੇਖਦੇ ਆ, ਪਹਿਲਾਂ ਜਿਹੜੇ ਸਿਆਸੀ ਬੰਦੇ ਬੈਠੇ ਆ ਉਹਨਾਂ ਨੂੰ ਦੇਖਦੇ ਆ। ਜਦੋਂ ਕਿਸਾਨਾਂ ਨੇ 5-7 ਮਿੰਟ ਜਾ ਕੇ ਮੁਰਦਾਬਾਦ ਕੀਤੀ ਕਿ ਭਾਈ ਤੁਸੀਂ ਵੀ 9 ਮਹੀਨੇ ਹੋ ਗਿਆ ਧਰਨਾ ਲੱਗੇ ਨੂੰ ਸਾਡੇ ਨਾਲ ਨਹੀਂ ਆਏ। ਅਕਾਲੀ ਦਲ ਦੇ ਵਰਕਰ ਫਿਰ ਇੱਕ ਕਰਕੇ ਹੌਲੀ ਚਲੇ ਗਿਆ, ਸੂਬਾ ਸਿੰਘ ਬਾਦਲ ਵੀ ਚਲੇ ਗਿਆ, ਟੈਂਟ ਵੀ ਛੱਡ ਗਿਆ, ਸਟੇਜ ਵੀ ਛੱਡ ਗਿਆ। ਫਿਰ ਸ਼ਾਮ ਤੱਕ ਕਿਸਾਨ ਰਹੇ ਉੱਥੇ, ਹਿਸਾਬ ਉਹਨਾਂ ਨੇ ਕੀਤਾ ਦੂਜਿਆਂ ਨੇ। ਇਹਦੇ ਤੋਂ ਇਲਾਵਾ ਸਮਰਾਲੇ 'ਚ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਹਿਸਾਬ ਕਿਤਾਬ ਲਾਇਆ ਸੀ ਕਿ ਮੰਗ ਪੱਤਰ ਦੇਣਾ, ਬਿਜਲੀ ਨਹੀਂ ਆਉਂਦੀ, ਬਿਲਕੁਲ ਨਹੀਂ ਆਉਂਦੀ ਬਿਜਲੀ, ਲੋਕ ਤੰਗ ਬੜੇ ਨੇ। ਉੱਥੇ ਕਿਸਾਨ ਪਹਿਲਾਂ ਹੀ ਧਰਨਾ ਲਾ ਕੇ ਬੈਠੇ ਸੀ ਪਾਵਰਕਾਮ ਵਾਲਿਆਂ ਦੇ ਮੂਹਰੇ ਤੇ DC ਦਫ਼ਤਰ ਦੇ ਮੂਹਰੇ। ਜਿੱਦਾਂ ਹੀ ਭਾਰਤੀ ਜਨਤਾ ਪਾਰਟੀ ਵਾਲੇ ਆਏ, ਉਹ ਕਹਿੰਦੇ ਚਲੋ ਪਾਵਰਕਾਮ ਵਾਲਿਆਂ ਨੂੰ ਬਾਅਦ 'ਚ ਦੇਖਦੇ ਆ, ਪਹਿਲਾਂ ਉਹਨੇ ਭਾਰਤੀ ਜਨਤਾ ਪਾਰਟੀ ਵਾਲੇ ਘੇਰ ਲੈ। ਮਸੀਂ ਪੁਲਿਸ ਪਾਰਟੀ ਨੇ ਸੱਜੇ ਖੱਬੇ ਕੀਤੇ। ਫਿਰ ਮਨਤਾਰ ਸਿੰਘ ਬਰਾੜ ਹੋਰਾਂ ਦਾ, ਉਹਨਾਂ ਦਾ ਵੀ ਵਿਰੋਧ ਹੋਇਆ। ਇੱਦਾਂ ਹੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਕਿ ਇਕੱਲੇ ਅਕਾਲੀਆਂ ਦਾ ਨਹੀਂ, ਇਕੱਲੇ ਭਾਜਪਾ ਵਾਲਿਆਂ ਦਾ ਨਹੀਂ, ਕਾਂਗਰਸ ਵਾਲੇ ਵੀ ਜਿੱਥੇ ਕਿਸੇ ਨੂੰ ਦਿਸਦੇ ਆ ਲੋਕ ਘੇਰਦੇ ਆ ਤੇ ਲੋਕ ਸਵਾਲ ਪੁੱਛਦੇ ਆ। ਇਸ ਕਰਕੇ ਤੁਹਾਡੀ ਗੱਲ ਦੇ ਨਾਲ ਮੈਂ 100% ਸਹਿਮਤ ਹਾਂ ਕਿ ਜਦੋਂ ਹੋਕਾ ਮਿਲਦਾ ਹੈ ਕਿ ਭਾਈ ਫਲਾਨੀ ਜਗ੍ਹਾ ਦੇ ਉੱਤੇ ਆ ਜਾਓ, ਆਪਣੀ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋਣਾ ਹੈ। ਪਾਰਟੀ ਵਾਲੇ ਤਾਂ ਜਾਂਦੇ ਆ,
ਪਰ ਮੂਹਰਿਓਂ ਜਿਨ੍ਹਾਂ ਨੂੰ ਪਹਿਲਾਂ ਇਹ ਦੱਸ ਕੇ ਜਾਂਦੇ ਸੀ ਅਸੀਂ ਚੱਲੇ ਹੁਣ ਦੱਸ ਕੇ ਕੋਈ ਨਹੀਂ ਜਾਂਦਾ, ਚੁੱਪ ਕਰਕੇ ਕਹਿੰਦੇ ਟੈਲੀਫੋਨ ਕਰਕੇ ਉਹ ਫਲਾਨੇ ਚੌਂਕ 'ਚ ਆ ਜਾਓ, ਗੱਡੀ ਆਪਾਂ ਉੱਥੇ ਖੜੀ ਕਰ ਦੇਣੀ ਹੈ, ਪਰ ਦੂਜੇ ਪਾਸੇ ਫਲਾਨੀ ਬੱਸ 'ਚ ਚੁੱਪ ਕਰਕੇ ਚੜ੍ਹ ਜਾਓ, ਚੁੱਪ ਕਰਕੇ ਜਾਣਾ ਹੈ, ਮੇਰੇ ਉੱਥੇ ਬੋਰਡ ਬਾੜ ਨਾ ਉੱਥੇ ਲਾ ਦਿਓ, ਆਪਾਂ ਚੁੱਪ ਕਰਕੇ ਇੱਕ ਵਾਰੀ ਹਾਜ਼ਰੀਆਂ ਲਵਾ ਕੇ ਵੇਲੇ ਸਿਰ ਆ ਜਾਣਾ, ਨਹੀਂ ਤਾਂ ਅਗਲੇ ਘੇਰ ਲੈਂਦੇ ਜੇ। ਨਹੀਂ ਦੇਖੋ, ਇਹ ਹੁਣ ਤੁਸੀਂ ਗੱਲ ਕੀਤੀ ਲੋਕਾਂ ਵਾਲੇ ਪਾਸਿਓਂ, ਥੋੜੀ ਜਿਹੀ ਲੀਡਰਾਂ ਵਾਲੇ ਪਾਸੋਂ ਗੱਲ ਦੱਸਾਂ। ਦੱਸੋ। ਉੱਥੇ ਮੈਨੂੰ ਲੱਗਦਾ ਵੀ ਹੁਣ ਅੱਜ ਕੱਲ੍ਹ ਇਹ ਕਹਿੰਦੇ ਆ ਵੀ 5-4 ਬੰਦੇ ਨੇ ਡਿਊਟੀ ਲਾਈ ਦੀ, ਫਲਾਣੇ ਦਾ ਮੁੰਡਾ ਨਾ ਸੋਹਣੀ ਫੋਟੋ ਖਿੱਚਦਾ, ਉਹਦੇ ਕੋਲ ਕਹਿੰਦੇ ਆਈਫੋਨ ਆ, ਉਹਨੂੰ ਟਾਈਮ ਨੇ ਉੱਥੇ ਭੇਜ ਦਿਓ ਵੀ ਮਿੰਟ ਪਤਾ ਨਹੀਂ 2 ਖਲੋਤਾ ਜਾਣਾ ਕਿ 5 ਖਲੋਤਾ ਜਾਣਾ, 15-20 ਫੋਟੋਆਂ ਖਿੱਚ ਦੇਵੇ ਮੇਰੀਆਂ ਬਸ ਫਟਾਫਟ, ਆਪਾਂ ਸੋਸ਼ਲ ਮੀਡੀਆ ਤੇ ਪਾ ਦੇਣੀ ਆ। ਸੋਸ਼ਲ ਮੀਡੀਆ ਤੇ ਪਾਵੇ ਹੀ ਪਾਵੇ, ਉਹਨੂੰ ਗਰੁੱਪ 'ਚ ਐਡ ਕਰਾ ਲਓ ਜਿਹੜਾ ਸਿੱਧਾ ਪ੍ਰਧਾਨ ਜੀ ਹੁਣੀ ਵੇਂਦੇ ਆ, ਉਹਦੇ 'ਚ 35-40 ਫੋਟੋਆਂ ਠਾਹ ਕਰਕੇ ਮਾਰਨੀਆਂ ਨੇ, ਨੰਬਰ ਬਣ ਜਾਣ, ਨੰਬਰ ਬਣ ਜਾਣ। ਉਹ ਵੀ ਪ੍ਰਬੰਧ ਆ। ਤੁਸੀਂ ਪੱਖੀਆਂ ਦਾ ਜ਼ਿਕਰ ਕੀਤਾ ਹੈ ਨਾ, ਉਹ ਵੈਸੇ ਮੈਂ ਸੋਚਦਾ ਹੈ ਵੀ ਹੁਣ ਚਲੋ ਕੱਲ੍ਹ ਦਾ ਦਿਨ ਅਕਾਲੀ ਦਲ ਨੇ ਵਾਹਵਾ ਇਸ ਚੀਜ਼ ਦੇ ਉੱਪਰ ਜ਼ੋਰ ਲਾਇਆ, ਹਰਸਿਮਰਤ ਬਾਦਲ ਹੋਰਾਂ ਨੇ ਪੱਖੀਆਂ ਵੰਡੀਆਂ ਹੈ ਨਾ ਜਾ ਕੇ। ਮੈਂ ਸੋਚਦਾ ਸੀ ਵੀ ਦੇਖੋ ਉਹ ਫੋਟੋਆਂ ਵੀ ਉਹਨਾਂ ਦੀਆਂ ਆਈਆਂ, ਗੱਲਾਂ ਵੀ ਉਹਨਾਂ ਦੀਆਂ ਹੋਈਆਂ, ਕਿਆ ਦੇਖੋ ਜੀ ਹਰਸਿਮਰਤ ਬਾਦਲ ਹੋਰਾਂ ਨੇ ਪੱਖੀਆਂ ਦੀ ਸੇਵਾ ਕੀਤੀ, ਨਾਲੇ ਲੋਕਾਂ ਨੂੰ ਕਿਹਾ ਵੀ ਔਖੇ ਸੌਖੇ 6 ਮਹੀਨੇ ਕੱਢ ਲਓ, ਕੋਈ ਗੱਲ ਨਹੀਂ, ਨਜ਼ਾਰੇ ਲਿਆ ਦਿਆਂਗੇ। ਨਾਲ ਵਿਚਾਰੇ ਬਾਕੀ ਲੀਡਰਸ਼ਿਪ ਜਿਨ੍ਹਾਂ ਨੂੰ ਹੁਕਮ ਹੋਇਆ ਉਹ ਵੀ ਤੁਸੀਂ ਵੀ ਪੱਖੀਆਂ ਦੇਣੀਆਂ ਵੰਡਦੇ ਹੋਣਗੇ। ਪਰ ਮੈਂ ਸੋਚਦਾ ਵੀ ਉਹਨਾਂ ਬੰਦਿਆਂ ਦਾ ਕਿਸੇ ਨਾਂ ਨਹੀਂ ਲਿਆ ਹੋਣਾ ਜਿਹੜੇ ਵਿਚਾਰੇ ਬੰਦੇ ਪਹਿਲਾਂ ਪੱਖੀਆਂ ਲੈ ਕੇ ਆਏ ਹੋਣੇ। ਸਹੀ ਗੱਲ ਹੈ ਨਾ, ਉਹ ਜਿਹੜੀ ਵਿਚਾਰੇ ਨੋਵਾ ਤੇ ਗਏ ਹੋਣਗੇ ਨਾ, ਤੇ ਤੁਸੀਂ ਆਪ ਸੋਚੋ ਵੀ ਜਿੱਥੋਂ ਉਹ ਇਕੱਠੀਆਂ ਕਰਦੇ ਹੋਣਗੇ ਉਹਨਾਂ ਦੇ ਬੀਤਦੀ ਕੀ ਹੋਊਗੀ। ਇੱਕ ਬੰਦਾ ਮੰਨ ਲਓ ਚਲਾਉਣ ਵਾਲਾ ਹੈ ਨਾ, ਮਗਰ ਨੋਵਾ ਪੱਖੀਆਂ ਦੀ ਭਰੀ, ਲਾਗਲੇ ਨੂੰ ਫੋਨ ਆ ਗਿਆ, ਕਿਹਦਾ ਇਹ ਫੋਨ, ਉਹ ਘਰੋਂ ਬੀਬੀ ਦਾ ਯਾਰ ਉਹ ਆਂਦੀ ਸੀ ਵੀ ਤੁਸੀਂ ਕਿੱਥੇ ਮਰੇ ਜੇ ਸਵੇਰ ਦੇ, ਹੁਣ ਉਹਨੂੰ ਮੈਂ ਕੀ ਦੱਸਾਂ ਵੀ ਸਿਆਪਾ ਕਰਨ ਡਿਆ, ਪੱਖੀਆਂ ਇਕੱਠੀਆਂ ਕਰਨ ਡਿਆ, ਉਹ ਨਵਾਂ ਪੰਗਾ ਪੈ ਗਿਆ। ਉਹ ਸੀਨ ਕਿਸੇ ਨੂੰ ਯਾਦ ਨਹੀਂ ਆਉਣਾ, ਪਰ ਉਹ ਬੰਦੇ ਐਗਜ਼ਿਸਟ ਕਰਦੇ ਆ। ਹੁਣ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਨਵੇਂ ਢੰਗ ਤਰੀਕੇ ਨਾਲ ਆਪਾਂ ਇਹ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਯਾਰ ਬੱਤੀ ਹੈ ਨਹੀਂ ਪੰਜਾਬ ਦਾ, ਆਹ ਨਹੀਂ ਹੈਗਾ, ਉਹ ਨਹੀਂ ਹੈਗਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹਮੇਸ਼ਾ ਜਿੰਨੀ ਵੀ ਲੀਡਰਸ਼ਿਪ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਦੀ, ਮੌਜੂਦਾ ਸਮੇਂ ਨੂੰ ਰੋਂਦੀ ਹੈ, ਆਉਣ ਵਾਲੇ ਟਾਈਮ 'ਚ ਸਾਰਾ ਕੁਝ ਠੀਕ ਕਰਨ ਦੇ ਵਾਅਦੇ ਕਰਦੀ ਹੈ, ਜੋ ਪਿੱਛੇ ਸਾਰਾ ਕੁਝ ਕੀਤਾ ਹੁੰਦਾ ਉਹਦੇ 'ਚ ਜੋ ਕੁਝ ਰਹਿ ਗਿਆ ਹੁੰਦਾ ਉਹਦਾ ਕੋਈ ਜਵਾਬ ਨਹੀਂ ਹੁੰਦਾ। ਸੰਧਾਲੀਆ ਸਾਹਿਬ, ਇਹ ਤੁਸੀਂ ਆਪ ਸ਼ਬਦ ਵਰਤਿਆ ਨਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ, ਆ ਹੁਣ ਸਮਝਾਉਣ ਹੀ ਲੱਗ ਪਿਆ। ਉਹ ਜਿੱਥੇ ਵੀ ਕਿਤੇ ਜਾਂਦੇ ਉਹ ਪਹਿਲਾਂ ਸਮਝਾਉਂਦੇ ਹੀ ਆ, ਉਹ ਕਹਿੰਦੇ ਕੁਛ ਨਹੀਂ, ਉਹ ਸਮਝਾਉਂਦੇ ਹੀ ਆ। ਫਿਰ ਲੀਡਰ ਚੁੱਪ ਕਰਕੇ ਹੌਲੀ ਦੇਣੀ, ਪਜਾਮਾ ਪਿੱਛੋਂ ਐ ਝਾੜਦੇ ਝੂੜਦੇ ਜਾਂ ਗੱਡੀ ਬਹਿੰਦੇ ਕਿਤੇ ਤੋਰ ਲਾ ਭਾਈ ਤੋਰ ਲਾ, ਨਾਲ ਹੀ ਕੋਈ ਗੱਲ ਨਹੀਂ, ਗਿਲੇ ਸ਼ਿਕਵੇ ਹੁੰਦੇ ਹੀ ਆ। ਗੱਲ ਕਿਹੜੀ ਹੈ, ਆਪਾਂ ਤੁਹਾਡੇ ਤੁਸੀਂ ਸਾਡੇ, ਆਪਾਂ ਆ ਜਾਣ। ਅਕਾਲੀ ਦਲ ਇਸ ਵੇਲੇ ਬਹੁਤ ਤੇਜ਼ ਗਤੀ ਦੇ ਨਾਲ ਚੱਲ ਰਿਹਾ। ਸੁਖਬੀਰ ਸਿੰਘ ਬਾਦਲ ਪਹਿਲਾਂ ਬਿਆਸ ਦਰਿਆ ਦੇ ਕੋਲੇ ਰੇਤੇ ਦੀਆਂ ਖੱਡਾਂ ਤੇ ਪੁੱਜੇ। ਬੀਬੀ ਬਾਦਲ ਹੋਰਾਂ ਦੀ ਇੱਕ ਵੀਡੀਓ ਆ, ਉਹ ਖੇਤ 'ਚ ਖੜੇ ਕਹਿੰਦੇ ਦੇਖੋ ਇਹ ਰਾਜੇ ਨੇ ਕੀ ਕਰ ਦਿੱਤਾ, ਕੈਪਟਨ ਸਾਹਿਬ ਨੂੰ ਕਿਹਾ ਇਹ ਸਰਕਾਰ ਨੇ ਕੀ ਕਰ ਦਿੱਤਾ, ਆ ਝੋਨੇ ਦਾ ਖੇਤ ਹੈ, ਇੱਥੇ ਪਾਣੀ ਚਾਹੀਦਾ, ਦੇਖੋ ਤਰੇੜਾਂ ਆ ਗਈਆਂ, ਤਰੇੜਾਂ। ਸੁਖਬੀਰ ਸਿੰਘ ਬਾਦਲ ਫਾਜ਼ਿਲਕੇ ਗਏ, ਫਾਜ਼ਿਲਕੇ ਜਾ ਕੇ ਕਹਿੰਦੇ ਆ ਦੇਖੋ ਝੋਨਾ ਲਾਉਣਾ ਹੀ, ਨਹਿਰ 'ਚ ਪਾਣੀ ਹੈ ਨਹੀਂਗਾ, ਸਾਲ ਦੇ ਵਿੱਚੋਂ ਮਸਾਂ 6 ਮਹੀਨੇ ਪਾਣੀ ਆਉਂਦਾ, ਸਰਕਾਰ ਆ ਲੈਣ ਦਿਓ, ਸਾਲ 'ਚ 24 ਮਹੀਨੇ ਪਾਣੀ ਆਊ। ਬੱਲੇ ਬੱਲੇ ਕਰਾ ਦਾਂਗੇ, ਦੇਖੋ 12 ਮਹੀਨੇ ਤੇ ਆਊਗਾ ਹੀ ਆਊਗਾ, 12 ਮਹੀਨੇ ਨਾਲ ਐਕਸਟਰਾ ਆਊਗਾ, ਐਕਸਟਰਾ ਡਬਲ ਹੁੰਦਾ ਨਾ, ਇੱਕ ਨਾ ਇੱਕ ਫ੍ਰੀ। ਹੁਣ ਇੱਕੋ ਹੀ ਸਾਲ ਦੇ ਵਿੱਚ 12 ਮਹੀਨਿਆਂ ਦੇ ਨਾਲ 12 ਮਹੀਨੇ ਫ੍ਰੀ। ਚਲੋ ਜ਼ੁਬਾਨ ਜਿਹੜੀ ਹੈ ਉਹ ਫਿਸਲ ਗਈ, ਗੱਲ ਕਲੀਅਰ ਹੋ ਜਾਂਦੀ ਹੈ। ਯਾਰ ਇਹ ਨਹੀਂ ਗੱਲ, ਉਹਨਾਂ ਜੇ ਕਿਹਾ ਦੇਣਾ ਹੀ ਪਹਿਰਾ ਦੇਾਂਗੇ ਠੋਕ ਅੱਗੇ ਚਲੋ। ਚਲੋ ਠੀਕ ਹੈ। ਹੁਣ ਉਹਦੇ ਤੋਂ 5-4 ਜਿਹੜੇ ਨਾਲ ਹੁੰਦੇ, ਕਿਸੇ ਨੇ ਇਤਰਾਜ਼ ਕੀਤਾ ਪ੍ਰਧਾਨ ਜੀ ਨੇ ਗਲਤ ਕਿਹਾ, ਕੀਤਾ ਕਿਸੇ ਨੇ ਨਹੀਂ, ਜਿਹੜੇ ਨਾਲ ਖੜੇ ਸੀ ਨਹੀਂ ਕੀਤਾ, ਪਰ ਮੂਹਰਲੇ ਬੰਦੇ ਦੇਖਦੇ ਯਾਰ 24 ਮਹੀਨੇ ਕਿੱਦਾਂ ਹੋ ਜਾਣਗੇ। ਉਹ ਯਾਰ ਸਮਝਾ ਦਾਂਗੇ ਨਾ, ਟਾਈਮ ਆਉਣ ਦਿਓ, ਚਲੋ ਠੀਕ ਹੈ, ਅੱਗੇ ਚਲੋ ਤੁਸੀਂ। ਉਹਦੇ ਤੋਂ ਬਾਅਦ ਕੀ ਹੋਇਆ, ਇਹ ਕੱਲ ਦੇ ਦਿਨ ਦੇ ਵਿੱਚ ਇੱਕ ਗੱਲ ਕਲੀਅਰ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਕਿੱਥੋਂ ਲੜਨੀ ਹੈ। ਉਹ ਪਹਿਲਾਂ ਗਏ ਜਲਾਲਾਬਾਦ, ਤੇ ਜਲਾਲਾਬਾਦ ਜਾ ਕੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਪਤਾ ਕੀ ਕਿਹਾ, ਉਹ ਕਹਿੰਦੇ ਜੀ ਦੇਖੋ ਇਲੈਕਸ਼ਨ ਲੜਨੀ ਹੈ, ਇੱਥੋਂ ਮੇਰੇ ਕੋਲ ਸਮਾਂ ਨਹੀਂ ਹੋਣਾ, ਕਾਗਜ਼ ਦਾਖਲ ਕਰ ਦੇਣੇ ਆ। ਅਕਾਲੀ ਦਲ ਦੇ ਵਰਕਰਾਂ ਤੇ ਮਾਣ ਬੜਾ, ਹੁਣ ਤਾਂ ਸਗੋਂ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੀ ਨਾਲ ਨੇ, ਤੇ ਤੁਸੀਂ ਉਹ ਪ੍ਰਚਾਰ ਕਰਨਾ, ਤੁਸੀਂ ਉਹ ਘਰ ਘਰ ਜਾਣਾ, ਤੁਸੀਂ ਉਹ ਪੋਸਟਰ ਲਾਉਣੇ ਆ, ਤੁਸੀਂ ਉਹ ਬੂਥ ਸਾਹਮਣੇ ਆ, ਤੁਸੀਂ ਉਹ ਅੰਦਰ ਪੋਲਿੰਗ ਏਜੰਟ ਬਿਠਾਉਣੇ ਆ। ਮੈਂ ਤਾਂ ਬਿਸਤਰਾ ਆਪਣਾ ਕਾਰ 'ਚ ਰੱਖ ਲਿਆ ਹੀ, ਮੈਂ ਤਾਂ ਸਾਰੇ ਪੰਜਾਬ 'ਚ ਪ੍ਰਚਾਰ ਕਰਨਾ। ਫਿਰ ਉੱਥੋਂ ਗੱਡੀ ਘਕਾਈ ਸਿੱਧੇ ਲੰਬੀ, ਜਿੱਥੋਂ ਸਾਰਿਆਂ ਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਚੋਣ ਲੜਨੀ ਹੈ। ਫਿਰ ਲੰਬੀ 'ਚ ਸੰਬੋਧਨ ਕਰਦਿਆਂ ਵੀ ਕਹਿਤਾ, ਉਹ ਕਹਿੰਦੇ ਜੀ ਦੇਖੋ ਇਲੈਕਸ਼ਨ ਲੰਬੀਓ ਲੜਨੀ ਜੇ, ਮੈਂ ਕਾਗਜ਼ ਦਾਖਲ ਕਰ ਦੇਣੇ ਆ, ਤੁਹਾਡੇ ਤੇ ਮਾਣ ਪਹਿਲਾਂ ਹੀ ਬਹੁਤਾ, 25 30 40 50 ਹਜ਼ਾਰ ਵੋਟਾਂ ਦੇ ਨਾਲ ਮੈਨੂੰ ਇੱਥੋਂ ਜਿਤਾ ਦਿਓ। ਇਹਦਾ ਮਤਲਬ ਇੱਕ ਗੱਲ ਕਲੀਅਰ ਹੈ ਕਿ ਵੱਡੇ ਬਾਦਲ ਸਾਹਿਬ ਐਤਕੀ ਲੰਬੀਓ ਚੋਣ ਨਹੀਂ ਲੜਨਗੇ। ਸੁਖਬੀਰ ਸਿੰਘ ਬਾਦਲ ਸਾਹਿਬ ਬਿਲਕੁਲ ਉਸੇ ਤਰੀਕੇ 2 ਥਾਵਾਂ ਤੋਂ ਚੋਣ ਲੜਨਗੇ ਜਿਸ ਤਰੀਕੇ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿਲਾ ਰਾਏਪੁਰ ਤੇ ਲੰਬੀ ਤੋਂ ਚੋਣ ਲੜੀ ਸੀ, ਦੋਨੋਂ ਹੀ ਜਿੱਤੀਆਂ ਸੀ, ਪਰ ਕਿਲਾ ਰਾਏਪੁਰ ਦੀ ਸੀਟ ਛੱਡੀ ਸੀ। ਹੁਣ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਦੋਨੇ ਹੀ ਥਾਵਾਂ ਤੋਂ ਚੋਣ ਲੜਨਗੇ, ਇਹਦਾ ਮਤਲਬ ਕੀ ਆ ਕਿ 2-2 ਜ਼ਿਮਨੀ ਚੋਣਾਂ ਹੋ ਸਕਦੀਆਂ ਜੇ ਉਹ ਜਿੱਤ ਗਏ। ਇੱਕ ਜੇ ਦੋਨੋਂ ਹਲਕੇ ਜਿੱਤਦੇ ਆ, ਫਿਰ ਇੱਕ ਹਲਕਾ ਛੱਡਣਗੇ, ਦੂਜਾ ਐਮਪੀ ਦਾ ਅਹੁਦਾ ਵੀ ਛੱਡਣਗੇ, ਫਿਰ ਫਿਰੋਜ਼ਪੁਰੋਂ ਵੀ ਇਲੈਕਸ਼ਨ ਹੋਊ, ਫਿਰ ਦੂਜੇ ਪਾਸਿਓਂ ਵੀ ਜੇ ਜਿੱਤਦੇ ਆ ਦੋਨੋਂ ਸੀਟਾਂ ਤੋਂ ਚੋਣ ਲੜ ਕੇ
ਤਾਂ ਫਿਰ 2 ਇਲੈਕਸ਼ਨਾਂ ਲਈ ਪੰਜਾਬੀ ਫਿਰ ਤਿਆਰ ਰਹਿਣ। ਨਹੀਂ ਪੰਜਾਬੀ ਬਿਲਕੁਲ ਤਿਆਰ ਨਾ ਰਹਿਣ। ਦੇਖੋ ਕਾਰਨ ਇਹ ਆ ਵੀ ਇਸ ਵਕਤ ਚਰਚਾ ਜਿਹੜੀ ਹੈ ਉਹ ਇਹ ਹੈ ਕਿ ਬਹੁਤੇ ਬੰਦੇ ਤੇ ਇਹ ਕਿਆਫਾ ਲਾਉਂਦੇ ਵੀ ਰਮਿੰਦਰ ਸਿੰਘ ਆਮਲਾ ਕਿਉਂਕਿ ਵੱਡਾ ਬੰਦਾ, ਕਹਿੰਦੇ ਜੇ ਮਾਇਆ ਵਾਲੇ ਪਾਸੋਂ ਗੱਲ ਕਰੀਏ ਤੇ ਸ਼ਾਇਦ ਜਦੋਂ ਇਹ ਦੱਥੀਆਂ ਗਿਣ ਰੱਖਣ ਨਾ ਵੀ ਇੱਕ ਦੱਥੀ ਸੁਖਬੀਰ ਬਾਦਲ ਸਾਹਿਬ ਰੱਖਣ, ਇੱਕ ਆਮਲੇ ਸਾਹਿਬ ਰੱਖ ਦੇਣ, ਅਖੀਰ ਤੇ ਐਂਡ ਵਾਲੀ ਹੋ ਸਕਦਾ ਵੀ ਆਮਲਾ ਸਾਹਿਬ ਕੋ ਫਿਰ ਇੱਕ ਵੱਜ ਵੀ ਰੱਖਣ ਨੂੰ ਵੀ ਆਓ ਜੀ। ਹੁਣ ਦੇਖੋ ਚਲੋ ਵੱਡੇ ਬੰਦੇ ਨੇ, ਪਰ ਚਰਚਾ ਇਹ ਆ ਕਿ ਵੀ ਸ਼ਾਇਦ ਰਮਿੰਦਰ ਸਿੰਘ ਆਮਲਾ ਅਕਾਲੀ ਦਲ 'ਚ ਚਲਾ ਜਾਵੇ। ਮਤਲਬ ਇਹ ਉਹਨਾਂ ਪਿੰਡਾਂ ਦੇ ਵਿੱਚ ਉਸ ਏਰੀਏ ਦੇ ਵਿੱਚ ਪੂਰੀ ਚਰਚਾ ਸੱਚ ਕੀ ਝੂਠ ਕੀ ਤਾਂ ਰੱਬ ਜਾਣੇ। ਪਰ ਹੁਣ ਜਿਸ ਹਿਸਾਬ ਨਾਲ ਸੁਖਬੀਰ ਬਾਦਲ ਸਾਹਿਬ ਨੇ ਜੇ ਪਤਾ ਵੀ ਨਹੀਂ ਖੋਲ੍ਹਿਆ, ਨਾਲ ਦੀ ਨਾਲ ਜਗ੍ਹਾ ਵੀ ਰਿਜ਼ਰਵ ਕਰਤੀ ਵੀ ਨਹੀਂ ਇੱਦਾਂ ਨਹੀਂ, ਜਿੱਦਾਂ ਨਹੀਂ ਉਹਦਾ ਸੀਟ 'ਤੇ ਮਾਰ ਰੱਖਿਆ, ਦਾਗਲੀ ਸਵਾਰੀ ਪੁੱਛਦੀ ਜੀ ਇੱਥੇ ਇਹ ਬੈਠੇ ਆ ਕੋਈ ਨਹੀਂ, ਅਗਲਾ ਬੰਦਾ ਗਾਂਹ ਲੰਘ ਜਾਂਦਾ। ਹੁਣ ਉਹ ਹੋ ਸਕਦਾ ਵੀ ਜੇ ਰਮਿੰਦਰ ਆਮਲਾ ਹੋਰਾਂ ਦੇ ਨਾਲ ਕਹਿੰਦੇ ਆ ਵੀ ਜੋ ਅੰਦਰ ਚਰਚਾ ਚੱਲਦੀ ਹੈ ਤੇ ਫਿਰ ਜਲਾਲਾਬਾਦ ਵਾਲੀ ਜਿਹੜੀ ਸੀਟ ਹੈ ਆਲਰੇਡੀ ਹੁਣ ਵੀ ਐਮਐਲਏ ਉੱਥੋਂ ਹੀ ਆ, ਪਰ ਹੈਗਾ ਕਾਂਗਰਸ ਵੱਲੋਂ, ਕੱਲ੍ਹ ਨੂੰ ਬੰਦਾ ਅਕਾਲੀ ਦਲ ਵੱਲੋਂ ਹੋ ਜਾਊਗਾ। ਤੇ ਰਹੀ ਗੱਲ ਲੰਬੀ ਵਾਲੀ, ਉੱਥੇ ਸੁਖਬੀਰ ਬਾਦਲ ਸਾਹਿਬ ਆਪ ਚਲੇ ਜਾਣਗੇ। ਮੈਨੂੰ ਹੋਰ ਲੱਗਦਾ ਸੰਧਾਲੀ ਸਾਹਿਬ, ਮੈਨੂੰ ਲੱਗਦਾ ਕਿ ਜੇ ਆਮਲਾ ਸਾਹਿਬ, ਮੈਨੂੰ ਨਹੀਂ ਪਤਾ ਕਿ ਉਹ ਆ ਜਾਂਦੇ, ਜੇ ਆ ਵੀ ਜਾਂਦੇ ਆ ਤਾਂ ਜ਼ਰੂਰੀ ਨਹੀਂ ਕਿ ਇਲੈਕਸ਼ਨ ਉਹ ਲੜਨ। ਹੋ ਸਕਦਾ ਸੁਖਬੀਰ ਸਿੰਘ ਬਾਦਲ ਸਾਹਿਬ ਉੱਥੋਂ ਵੀ ਇਲੈਕਸ਼ਨ ਲੜਨ ਤੇ ਲੰਬੀਆਂ ਵੀ ਲੜਨ ਤੇ ਆਮਲਾ ਸਾਹਿਬ ਨੂੰ ਮੁੜ ਕੇ ਫਿਰੋਜ਼ਪੁਰ ਐਮਪੀ ਦੀ ਇਲੈਕਸ਼ਨ ਲੜਾ ਦੇਣ। ਕੁਛ ਵੀ ਹੋ ਸਕਦਾ। ਯਾਨੀ ਕਹਿਣ ਦਾ ਭਾਵ ਆ ਕਿ ਜੇ ਅਗਲਿਆਂ ਨੇ ਕਿਹਾ ਤੇ ਚੋਣ ਲੜ ਸਕਦੇ ਨੇ, ਲੜ ਸਕਦੇ। ਪਰ ਇੰਨਾ ਜ਼ਰੂਰ ਹੈ ਮੇਰੇ ਖਿਆਲ ਆਮਲਾ ਸਾਹਿਬ ਦੀ ਮਿੱਤਰਤਾ ਹੈ। ਪਹਿਲਾਂ ਘੁਬਾਇਆ ਸਾਹਿਬ ਨਾਲ ਸੁਖਬੀਰ ਬਾਦਲ ਸਾਹਿਬ ਦੀ ਮਿੱਤਰਤਾ ਹੁੰਦੀ, ਹੁਣ ਕਹਿੰਦੇ ਜਲਾਲਾਬਾਦ ਉੱਥੇ ਗਏ ਤੇ ਸਾਰੀਆਂ ਗੱਲਾਂ ਗਣਾ ਆਏ। ਮੈਨੂੰ ਪਤਾ ਕਹਿੰਦੇ ਉੱਥੇ ਕਿਹੜੀਆਂ ਐਡਮਿਸ਼ਨਾਂ ਕਰਾਈਆਂ, ਮੈਨੂੰ ਪਤਾ ਚੌਲਾਂ ਦਾ ਕੀ ਹਿਸਾਬ ਕਿਤਾਬ ਕੀਤਾ, ਮੈਨੂੰ ਇਹ ਪਤਾ ਟਾਇਲ ਵਾਲੀਆਂ ਫੈਕਟਰੀਆਂ ਦਾ ਕੀ ਹਿਸਾਬ। ਇਹਨਾਂ ਨੂੰ ਗਲੀ ਨਹੀਂ ਲੱਭਣੀ, ਕਹਿੰਦੇ ਭੱਜਦਿਆਂ ਨੂੰ ਸਰਕਾਰ ਆ ਲੈਣ ਦੇ ਇੱਕ ਵਾਰੀ। ਮੈਨੂੰ ਸਮਝ ਨਹੀਂ ਆਈ। ਦੇਖੋ ਗੱਲ ਇਹ ਆ ਵੀ ਕਦੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਦਾ ਚਿਹਰਾ ਅਕਾਲੀ ਦਲ ਵੱਲੋਂ ਹੁੰਦੇ ਆ, ਫਿਰ ਉਹ ਪੂਰੇ ਸਟੇਟ ਦੇ ਲੀਡਰ ਨਜ਼ਰ ਆਉਂਦੇ ਵੀ ਯਾਰ ਪੂਰੇ ਸਟੇਟ ਦਾ ਸੋਚਣਾ। ਜਦੋਂ ਹਲਕੇ 'ਚ ਚਲੇ ਜਾਂਦੇ ਆ ਫਿਰ ਉਹ ਐਮਐਲਏ ਲੈਵਲ ਤੋਂ ਵੀ ਥੱਲੇ ਵਾਲੀਆਂ ਗੱਲਾਂ ਕਰ ਲੈਂਦੇ। ਜਦੋਂ ਹੁਣ ਹਰਿਆ ਐਮਐਲਏ ਨਹੀਂ ਕਰਦਾ ਹੁੰਦਾ ਵੀ 4 ਚਾਨਣੀਆਂ ਦਾ ਕਨਾਤਾਂ ਲੱਗੀਆਂ ਤੇ ਉਦੋਂ ਬਾਅਦ ਆਖੀ ਜਾਣਾ ਕੋਈ ਨਹੀਂ ਫਿਰ ਵੇਖ ਲਾਂਗੇ ਆਪਾਂ। ਮੋਸਟਲੀ ਜਿਹੜਾ ਇਸ ਲੈਵਲ ਤੱਕ ਦੀ ਮੇਰੇ ਖਿਆਲ ਨਾਲ ਸਿਆਸਤ 'ਚ ਨਹੀਂ ਪੈਣਾ ਚਾਹੀਦਾ। ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਸਮੱਸਿਆ ਹੈ, ਉਹ ਸਮੱਸਿਆ ਬਿਜਲੀ ਦੀ ਸਮੱਸਿਆ। ਇਹ ਹੈ ਕਿ ਸਾਰੀਆਂ ਧਿਰਾਂ ਜਿਹੜੀਆਂ ਵਿਰੋਧੀ ਨੇ ਉਹ ਦੋਸ਼ ਲਾਉਂਦੀਆਂ ਕਿ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਸਮਝੌਤੇ ਹੋਏ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਮਹਿੰਗੀ ਬਿਜਲੀ ਮਿਲਦੀ ਹੈ, ਲੋਕਾਂ ਦਾ ਲੱਕ ਟੁੱਟਿਆ ਹੋਇਆ ਬਿਜਲੀ ਦੇ ਬਿੱਲ ਦੇ ਕੇ। ਉਧਰਲੇ ਪਾਸੇ ਕੋਈ ਜ਼ਿਕਰ ਨਹੀਂ ਹੈ। ਇਹ ਜ਼ਿਕਰ ਹੈਗਾ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਫੇਲ ਹੋ ਗਈ, ਬਿਜਲੀ ਨਹੀਂ ਦਿੱਤੀ ਜਾ ਰਹੀ, ਤੇ ਬਿਜਲੀ ਨਹੀਂ ਦਿੱਤੀ ਜਾ ਰਹੀ ਪੂਰੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਇੱਕ ਬਿਆਨ ਕਿ ਭਾਈ 6 ਮਹੀਨੇ ਵੀ ਨਹਿਰਾਂ 'ਚ ਪਾਣੀ ਨਹੀਂ ਆ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਲੋਕ ਫੈਸਲਾ ਕਰਨ ਤਾਂ ਕਿਵੇਂ ਕਰਨ। ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਮਿਨਿਸਟਰ ਨੇ, ਉਹਨਾਂ ਨੇ 2 ਘੰਟੇ ਦੇ ਵਿੱਚ ਸਟੇਟਮੈਂਟ ਦੇ ਦਿੱਤੀ, ਕਹਿੰਦੇ ਝੂਠ ਬੋਲਦੇ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਝੂਠ ਬੋਲਦਾ ਹੈ। ਪਾਣੀ ਹਰ ਜਗ੍ਹਾ ਤੇ ਹੈਗਾ, ਨਹਿਰਾਂ ਦੇ ਵਿੱਚ ਹੈਗਾ, ਟੇਲਾਂ ਤੇ ਹੈਗਾ, ਸਾਰੇ ਜਗ੍ਹਾ ਦੇ ਉੱਤੇ ਜਿੱਥੇ ਖੇਤੀਬਾੜੀ ਨੂੰ ਪਾਣੀ ਚਾਹੀਦਾ ਹਰ ਜਗ੍ਹਾ ਦੇ ਉੱਤੇ ਪਾਣੀ ਪਹੁੰਚਿਆ। ਅਕਾਲੀ ਦਲ ਕੂੜ ਪ੍ਰਚਾਰ ਕਰਦਾ। ਇਹ ਤਾਂ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਜਿਹੜੇ ਸਾਨੂੰ ਉਹਨਾਂ ਇਲਾਕਿਆਂ ਦੇ ਵਿੱਚ ਸੁਣਦੇ ਆ, ਜਿਹੜੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਨਹਿਰੀ ਪਾਣੀ ਦੇ ਨਾਲ ਖੇਤੀ ਹੁੰਦੀ ਹੈ, ਉਹ ਤਾਂ ਫਿਰ ਉਹ ਦੱਸ ਦੇਣਗੇ। ਵੈਸੇ ਮੈਂ ਇੱਕ ਗੱਲ ਕਲੀਅਰ ਕਰਦੇ ਹਾਂ, ਨਹੀਂ ਇੱਕ ਮੈਸੇਜ ਆਇਆ ਵੀ ਸੀ, ਮੈਂ ਜ਼ਿਕਰ ਕਰਦਿਆਂ ਉਹਦਾ, ਮਾਝੇ ਵੱਲੋਂ ਆਇਆ ਸੀ ਜੀ। ਉਹਨਾਂ ਨੇ ਵੀ ਇਹ ਜ਼ਿਕਰ ਕੀਤਾ, ਉਹ ਕਹਿੰਦੇ ਵੀ ਸਾਡੇ ਵਾਲੇ ਪਾਸੇ ਜਿਹੜੀਆਂ ਕੱਚੀਆਂ ਨਹਿਰਾਂ ਸੀ ਉਹ ਪਹਿਲਾਂ ਪੱਕੀਆਂ ਕੀਤੀਆਂ। ਉਹ ਵਾਹਵਾ ਪਹਿਲਾਂ ਚੌੜੀ ਨਹਿਰ ਸੀ, ਉਹਨੂੰ ਤਾਂ ਨਿੱਕੀ ਕਰ ਲਿਆ ਵੀ ਨਹੀਂ ਪੱਕੀ ਆ, ਵੀ ਐਡੀ ਦੀ ਬਹੁਤੀ ਲੋੜ ਨਹੀਂ। ਤੇ 2-2 ਇੰਚ ਕਹਿੰਦੇ ਉੱਤੇ ਪਾਇਆ ਸੀ ਕੰਕਰੀਟ, ਉਹ ਕਿਤੋਂ ਬਹਿ ਗਿਆ ਕਿਤੋਂ ਖੁਰ ਗਿਆ, ਤੇ ਮੁੜ ਕੇ ਹੁਣ ਅੱਜ ਕੱਲ੍ਹ ਜਦੋਂ ਪਾਣੀ ਦੀ ਲੋੜ ਹੈ ਤੇ ਨਹਿਰ ਬੰਦ ਕਰਕੇ ਫੇਰ ਰਿਪੇਅਰ ਹੋਣ ਡਈ। ਨਹੀਂ ਬਿਲਕੁਲ ਇਦਾਂ ਹੀ ਹੈ। ਇਦਾਂ ਹੈਗਾ ਤੇ ਮੇਰੇ ਖਿਆਲ ਨਾਲ ਮੰਤਰੀ ਸਾਹਿਬ ਨੂੰ ਵੇਖਣਾ ਚਾਹੀਦਾ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਬੜੀ ਕਲੀਅਰ ਹੈ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਲੋੜ ਹੈ। ਅਸੀਂ ਜ਼ਮੀਨ ਹੇਠੋਂ ਜਿੰਨਾ ਘੱਟ ਕੱਢੀਏ ਉਨਾ ਚੰਗਾ ਹੁੰਦਾ। ਚੰਗਾ ਇਹ ਕਿ ਨਹਿਰਾਂ ਹੋਰ ਕੱਢ ਦੇ, ਪਾਣੀ ਦੀ ਸਪਲਾਈ ਯਕੀਨੀ ਬਣਾਉਂਦੇ। ਜੇ ਅੱਜ ਕਾਂਗਰਸੀ ਸਰਕਾਰ ਦੇ ਉੱਤੇ ਦੋਸ਼ ਲੱਗਦਾ ਕਿ ਭਾਈ ਤੁਸੀਂ ਪਾਣੀ ਨਹੀਂ ਪਹੁੰਚਾ ਸਕੇ, ਤਾਂ ਨਹੀਂ ਪਹੁੰਚਾ ਸਕੇ, ਚਾਹੇ ਉਹ 5% ਰਹਿ ਗਿਆ, ਚਾਹੇ 25% ਰਹਿ ਗਿਆ। ਪਰ ਇਹ ਵੀ ਤਾਂ ਸਾਨੂੰ ਚੇਤੇ ਰੱਖਣਾ ਚਾਹੀਦਾ ਕਿ ਇੱਕ ਸਿੰਚਾਈ ਘੁਟਾਲੇ ਦਾ ਰੌਲਾ ਪਿਛਲੀ ਸਰਕਾਰ ਵੇਲੇ ਵੀ ਪੈਂਦਾ ਸੀ ਕਿ ਭਾਈ ਨਹਿਰਾਂ ਸਾਫ਼ ਕਰਨ ਦੇ ਨਾਂ ਤੇ ਪੈਸੇ ਉੱਦੇ ਉੜ ਗਏ, ਨਹਿਰਾਂ ਪੱਕੀਆਂ ਕੱਚੀਆਂ ਕਰਨ ਦੇ ਨਾਂ ਦੇ ਉੱਤੇ ਪੈਸੇ ਉੱਦੇ ਉੜ ਗਏ। ਜਾਣੀ ਕਿ ਪੰਜਾਬ ਦੇ ਲੋਕ ਜਾਣ ਤੇ ਕਿੱਧਰ ਜਾਣ। ਜੇ ਪਿਛਲੀ ਸਰਕਾਰ ਤੇ ਵੀ ਦੋਸ਼ ਲੱਗਦੇ ਆ, ਜੇ ਇਸ ਸਰਕਾਰ ਤੇ ਵੀ ਦੋਸ਼ ਲੱਗਦੇ ਆ, ਫਿਰ ਲੋਕਾਂ ਦੇ ਕੋਲ ਇੱਕੋ ਹੀ ਰਾਹ ਬਚਦਾ। ਉਹ ਰਾਹ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਉਹਨੇ ਕੋਈ ਨਹੀਂ ਕਾਲੇ ਨਹੀਂ ਪੈਣਾ, ਉਹ ਕਰ ਦੇਣਾ ਆਪਾਂ ਸਾਰਾ ਕੁਝ। ਮਹੀਨੇ 6 ਖਲੋ ਜਾਓ ਬਸ, ਕਿਸੇ ਨੇ ਬੱਤੀ ਨਹੀਂ ਪੁੱਛਣੀ, ਕਿਸੇ ਨੇ ਮੋਟਰਸਾਈਕਲ ਦਾ ਨੰਬਰ ਨਹੀਂ ਪੁੱਛਣਾ। ਤੁਸੀਂ ਨਜ਼ਾਰੇ ਇੱਧਰੋਂ ਵੀ ਲਈ ਜਾਣੇ ਆ, ਫਿਰ ਨਜ਼ਾਰੇ ਉੱਧਰੋਂ ਲਈ ਜਾਣੇ, ਨਜ਼ਾਰੇ ਕਦੀ ਆਈ ਜਾਣੇ, ਕਦੀ ਨਜ਼ਾਰੇ ਜਾਈ ਜਾਣੇ, ਬਸ ਇਹੋ ਕੰਮ ਨਾ। ਬਿਲਕੁਲ ਠੀਕ। ਇੱਕ ਚੀਜ਼ ਮੈਂ ਸੋਚਦਾ ਬਾੜ ਸਾਹਿਬ, ਹੋ ਸਕਦਾ ਵੀ ਮੇਰੀ ਜਾਣਕਾਰੀ 'ਚ ਕਮੀ ਹੋਵੇ, ਜਦੋਂ ਦਾ ਮੰਨ ਲਓ ਵੀ ਆ ਥੋੜ੍ਹਾ ਜਿਹਾ ਕੰਮ ਹੋਇਆ ਵੀ ਹਾਂਜੀ ਪੰਜਾਬ ਵੱਖਰਾ ਹੋ ਗਿਆ, ਆਪਾਂ ਆਹ ਵੀ ਤਰੱਕੀ ਕਰ ਦਾਂਗੇ, ਉਹ ਵੀ ਤਰੱਕੀ ਕਰ ਦਾਂਗੇ, ਸੜਕਾਂ ਦਾ ਜਾਲ ਜੂਲ ਮੰਨ ਲੈਂਦੇ ਆ ਵੀ ਆਪਾਂ ਨਵੀਆਂ ਨਿਕਲੀਆਂ, ਨਵੀਆਂ ਬਣੀਆਂ, ਉਹਦੇ ਵਿੱਚ ਬਹੁਤ ਸਾਰਾ ਹੱਥ ਜਿਹੜਾ ਉਹ ਕੇਂਦਰ ਸਰਕਾਰ ਦਾ, ਕਿਉਂਕਿ ਨੈਸ਼ਨਲ ਲੈਵਲ 'ਤੇ ਉਹ ਦੇਖਦੇ ਆ ਵੀ ਇਹਨੂੰ ਹੁਣ ਆਪਾਂ ਸਟੇਟ ਹਾਈਵੇ ਬਣਾ ਦੇਣਾ, ਇੱਥੋਂ ਇੱਕ ਨਵੀਂ ਸੜਕ ਕੱਢ ਦੇਣੀ, ਇੱਥੋਂ ਇੱਕ ਐਕਸਪ੍ਰੈਸ ਵੇ ਚਾਹੀਦਾ। ਨਹਿਰਾਂ ਬਹੁਤੀਆਂ ਬਣੀਆਂ ਨਹੀਂ,
ਕੋਈ ਮਾੜਾ ਮੋੜ ਸੂਆ ਸਾਗ ਕਿਤੇ ਕੋਈ ਕੱਢਿਆ ਹੋਵੇ ਤੇ ਕੱਢਿਆ ਹੋਵੇ। ਹੁਣ ਹੈਰਾਨੀ ਵਾਲੀ ਗੱਲ ਹੈ ਵੀ ਜਦੋਂ ਆਪਾਂ ਪਹਿਲੀ ਪੰਜਾਬ ਦੀ ਖੇਤੀ ਦੇਖਦੇ ਹਾਂ, ਜਦੋਂ ਡਾਇਵਰਸੀਫਾਈਡ ਹੁੰਦੀ ਸੀ, ਉਦੋਂ ਬਹੁਤ ਸਾਰੀ ਏਰੀਏ ਦੇ ਵਿੱਚ ਬਹੁਤ ਤਰ੍ਹਾਂ ਦੀ ਖੇਤੀ ਹੁੰਦੀ ਸੀ। ਆਪਾਂ ਉਦੋਂ ਕਮਾਦ, ਮੱਕੀ, ਨਰਮਾ, ਕਪਾਹ, ਅਲੱਗ-ਅਲੱਗ ਈਵਨ ਦਾਲਾਂ ਹੁੰਦੀਆਂ ਸੀ ਨਾ, ਪੱਟੀਆਂ ਵੀ ਫਲਾਨੀ ਪੱਟੀ 'ਚ ਕਪਾਹ ਹੁੰਦੀ ਹੈ, ਢੀਂਗੜੀ 'ਚ ਨਰਮਾ ਹੁੰਦਾ, ਫਲਾਨੇ ਥਾਂ ਦੇ ਉੱਪਰ ਕਮਾਦ ਵਾਹਵਾ ਹੁੰਦਾ, ਫਲਾਨੇ ਵਾਲੇ ਸਬਜ਼ੀਆਂ ਵਾਲੇ ਨੇ, ਫਲਾਨੇ ਥਾਂ 'ਤੇ ਦਾਲ ਹੁੰਦੀ ਆ। ਜਾਂ ਈਵਨ ਜੇ ਕਿਸੇ ਕੋਲੇ ਜ਼ਮੀਨ ਹੈਗੀ ਤਾਂ ਉਹਦੇ 'ਚ ਵੀ ਵੰਡ ਹੁੰਦੀ ਸੀ ਵੀ ਯਾਰ ਇੱਥੇ ਨਾ ਪਾਣੀ ਘੱਟ ਹੈ, ਫਿਰ ਇੱਥੇ ਅਸੀਂ ਦਾਲ ਦੂਲ ਬੀਜ ਛੱਡਦੇ ਹਾਂ, ਫਲਾਨੇ ਥਾਂ ਦੇ ਪੱਠਿਆਂ ਨਾਲ ਸਾਰ ਲਈਦਾ, ਇੱਧਰ ਫਿਰ ਮੱਕੀ ਬੁਲਾ ਲਈਦੀ ਹੈ। ਜਾਂ ਫਿਰ ਕਈ ਆਖਣ ਵੀ ਇੱਧਰ ਤਾਂ ਯਾਰ ਪਾਣੀ ਕਿੱਥੇ ਘੱਟ, ਨਰਮਾ ਹੀ ਹੁੰਦਾ ਕਿਤੇ। ਹੁਣ ਤੁਸੀਂ ਦੇਖੋ ਵੀ ਜੇ ਆਪਾਂ ਪੂਰੇ ਪੰਜਾਬ ਨੂੰ ਦੇਖੀਏ ਤਾਂ ਆਪਾਂ ਨੂੰ ਲਗਭਗ ਉਹ ਏਰੀਏ ਜਿੱਥੇ ਪਹਿਲਾਂ ਨਰਮਾ, ਕਪਾਹ, ਕਮਾਦ ਕਈ ਕੁਛ ਨਜ਼ਰ ਆਉਂਦਾ ਸੀ, ਉੱਥੇ ਵੀ ਝੋਨਾ। ਪਰ ਨਵੀਆਂ ਨਹਿਰਾਂ ਮੈਂ ਨਹੀਂ ਵੇਖਿਆ ਵੀ ਕੋਈ ਕੱਢੀਆਂ ਹੁਣ ਕਿਸੇ ਨੇ ਜ਼ਿਕਰ ਕੀਤਾ ਹੋਵੇ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਹੈ ਕਿ ਦਰਿਆਵਾਂ 'ਚ ਪਾਣੀ ਘਟ ਗਿਆ, ਉਹਨਾਂ ਦੇ ਵਿੱਚੋਂ ਨਹਿਰਾਂ 'ਚ ਪਾਣੀ ਆਉਣਾ। ਦੂਸਰੀ ਗੱਲ ਕਿ ਸਾਡੀ ਨੀਤ ਹੀ ਹੈ ਨਹੀਂ ਸੀ, ਨੀਅਤ ਹੀ ਹੈ ਨਹੀਂ। ਨੀਤੀ ਤਾਂ ਬਾਅਦ 'ਚ ਬਣਨੀ, ਜੇ ਪਹਿਲਾਂ ਨੀਤ ਹੁਣ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਮੈਂ ਬਾਠ ਵਰਗਾ ਸਰੀਰ ਹੋਣਾ, ਡੌਲੇ ਐਨ ਹੁਣ ਯਾਰ ਤੁਹਾਡੇ ਨਹੀਂ ਉਹ ਆ ਸਕਦਾ ਕਿ ਮੇਰੇ ਹੈ ਨਾ, ਉਹ ਆ ਸਕਦੀ। ਹੁਣ ਪਹਿਲਾਂ ਨੀਅਤ ਹੋਵੇ ਫੇਰ ਹੀ ਨੀਤੀ ਬਣਾਉਂਗੇ ਕਿ ਮੈਂ ਤੜਕੇ ਉੱਠੂੰਗਾ, ਮੈਂ ਦੌੜਨ ਭੱਜਣ ਜਾਊਂਗਾ, ਫਿਰ ਜਿਮ ਜਾਊਂਗਾ, ਫਿਰ ਮਲਾਈ ਖਾਣੀ ਹੈ, ਫਿਰ ਦੁੱਧ ਪੀਣਾ ਹੈ, ਫਿਰ ਲੱਸੀ ਪੀਣੀ ਹੈ, ਫਿਰ ਮੱਖਣ ਖਾਣਾ ਹੈ, ਫਿਰ ਡੰਡ ਬੈਠਕਾਂ ਮਾਰਨੀਆਂ। ਉਹ ਖੰਭਾਂ ਵਾਲੇ ਚੀਜ਼ ਦਾ ਵੀ ਨਾਂ ਲਾਓ। ਨਹੀਂ ਚਲੋ ਮੈਂ ਨਹੀਂ ਲੈਂਦਾ, ਹੈ ਨਾ। ਹੁਣ ਉਹ ਸਾਰੀਆਂ ਨੀਅਤ ਪਹਿਲਾਂ ਤੇ ਨੀਤੀ ਬਾਅਦ 'ਚ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਅੱਜ ਦਾਲਾਂ ਪੰਜਾਬ ਦੇ ਲੋਕ ਮਹਿੰਗੀਆਂ ਖਰੀਦਦੇ ਆ। ਪਹਿਲਾਂ ਦਾਲਾਂ ਵੀ ਹੁੰਦੀਆਂ ਸੀ ਪੰਜਾਬ 'ਚ, ਬਹੁਤ ਸਾਰੀ ਜਗ੍ਹਾ 'ਚ ਦਾਲਾਂ ਬੀਜਦੇ ਸੀ। ਅੱਜ ਸਾਰੀਆਂ ਪਾਰਟੀਆਂ ਕਹਿੰਦੀਆਂ ਜੇ ਕਿਤੇ ਕਾਂਗਰਸੀ ਘੇਰ ਲੈਂਦੇ ਆ ਕਾਂਗਰਸੀਆਂ ਨੂੰ ਕਿਸਾਨ, ਉਹ ਅਸੀਂ ਤਾਂ ਤੁਹਾਡੇ ਨਾਲ ਆ। ਅਕਾਲੀਆਂ ਨੂੰ ਘੇਰ ਲੈਂਦੇ ਆ ਕਿਸਾਨ, ਉਹ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਆ। ਜੇ ਭਾਜਪਾਈਆਂ ਨੂੰ ਘੇਰ ਲੈਂਦੇ ਉਹ ਕਹਿੰਦੇ ਅਸੀਂ ਤੁਹਾਡੇ ਹੱਕ 'ਚ ਆਏ ਸੀ। ਹਰ ਇੱਕ ਤੇ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਜੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਨਾਲ ਆ, ਪੰਜਾਬ ਦੇ ਲੋਕਾਂ ਦੇ ਨਾਲ ਆ, ਸਾਡੇ ਕੋਲੋਂ ਛੋਟੀ ਜੀ ਪੰਜਾਬੀ ਆ, ਅੱਜ ਪੰਜਾਬ ਨਹੀਂ ਇੰਨੀ ਕੁ ਪੰਜਾਬ ਸੂਬੜੀ ਜਿਹੜੀ ਹੈ, ਉਹਦੇ ਵਿੱਚ ਸਾਡੇ ਕੋਲੋਂ ਸਟੋਰਾਂ ਦੀ ਚੇਨ ਨਹੀਂ ਬਣੀ ਕਿ ਜਿੱਥੇ ਪੰਜਾਬ ਦੇ ਲੋਕ ਦਾਲਾਂ ਬੀਜਣ ਉਹ ਸਟੋਰ ਕਰ ਲਈਏ, ਜਿੱਥੇ ਪੰਜਾਬ ਦੇ ਲੋਕ ਆਲੂ ਬੀਜਣ ਸਰਕਾਰ ਸਟੋਰ ਕਰ ਲਵੇ, ਪੰਜਾਬ ਦੇ ਲੋਕ ਫਰੂਟ ਬੀਜਣ, ਫਲ ਲੈਣ, ਉਹਦੇ ਨਾਲ ਨਾਲ ਸਬਜ਼ੀ ਬੀਜਣ, ਸਟੋਰ ਕਰ ਲਈਏ ਤੇ ਉਹਦੇ ਤੋਂ ਗਾਂ ਫਿਰ ਅੱਗੇ ਜਾ ਕੇ ਆਪਾਂ ਸਪਲਾਈ ਕਰ ਦਈਏ। ਇਸ ਕਰਕੇ ਨਾ ਨੀਅਤ ਰਹੀ ਹੈ, ਨੀਅਤ ਤੋਂ ਬਾਅਦ ਨੀਤੀ ਤਾਂ ਬਣਨੀ ਕੀ ਸੀ। ਪਰ ਮੈਂ ਇੱਕ ਗੱਲੋਂ ਹੈਰਾਨ ਆ ਕਿ ਜੇ ਅਕਾਲੀ ਦਲ ਕਹਿੰਦਾ ਕਿ ਅੱਜ ਦੇਖੋ ਸਾਡੇ ਵਾਲੀ ਬਿਜਲੀ ਸਰਪਲਸ ਸੀ, ਕਾਂਗਰਸ ਪਾਰਟੀ ਨੇ ਪੱਠਾ ਬਿਠਾਤਾ, ਉਧਰੋਂ ਨਵਜੋਤ ਸਿੰਘ ਸਿੱਧੂ ਦੇ ਟਵੀਟ ਆ ਗਏ ਲਗਾਤਾਰ 9, ਜਾਣੀ ਕੁਝ ਮਿੰਟਾਂ ਦੇ ਫਾਸਲੇ ਦੇ ਨਾਲ ਉਹ ਨਵਜੋਤ ਸਿੰਘ ਸਿੱਧੂ ਜਿਹਦੀ ਰਾਹੁਲ ਗਾਂਧੀ ਦੇ ਨਾਲ, ਪ੍ਰਿਯੰਕਾ ਗਾਂਧੀ ਦੇ ਨਾਲ ਤੇ ਸ਼ਾਇਦ ਬੀਬੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ, ਪੌਣੇ 2 ਦਿਨ ਉਹ ਬੰਦਾ ਚੁੱਪ ਰਿਹਾ। ਪਰ ਜਦੋਂ ਦੇਖਿਆ ਕਿ ਪੰਜਾਬ 'ਚ ਬਿਜਲੀ ਦੀ ਕਮੀ ਦੇ ਕਰਕੇ ਹਾਹਾਕਾਰ ਮਚੀ ਪਈ ਹੈ, ਸੜਕਾਂ ਬੰਦ ਪਈਆਂ, 9 ਟਵੀਟ ਕੀਤੇ ਤੇ 9 ਟਵੀਟਾਂ ਦੇ ਵਿੱਚੋਂ ਨਿਕਲਿਆ ਕੀ? ਉਹਨਾਂ ਨੇ ਇੱਕ ਸ਼ਬਦ ਵਰਤਿਆ, ਮਿਸਮੈਨੇਜਮੈਂਟ। ਉਹ ਕਹਿੰਦੇ ਜੇ ਬਿਜਲੀ ਦੀ ਕਮੀ ਆ ਜਾਂ ਬਿਜਲੀ ਪੰਜਾਬ 'ਚ ਮਹਿੰਗੀ ਆ ਤੇ ਮਿਸਮੈਨੇਜਮੈਂਟ ਆ। ਤੇ ਮੈਨੇਜ ਕਰਨਾ ਕਿਹਨੇ ਸੀ? ਸਰਕਾਰ ਨੇ। ਮੰਤਰੀ ਕਿਹੜੇ ਹੋਣੇ ਸੀ? ਬਿਜਲੀ ਵਿਭਾਗ ਦੇ ਅੱਜ ਕੱਲ੍ਹ ਉਹ ਕੈਪਟਨ ਸਾਹਿਬ ਦੇ ਕੋਲੇ ਮਹਿਕਮਾ। ਇਹਦਾ ਮਤਲਬ ਹੈ ਕਿ ਜੇ ਕਾਂਗਰਸ ਪਾਰਟੀ ਦਾ ਇੱਕ ਵਿਧਾਇਕ ਜਿਨ੍ਹਾਂ ਦੇ ਬਾਬਤ ਚਰਚਾ ਕਿ ਪਤਾ ਨਹੀਂ ਉਪ ਮੁੱਖ ਮੰਤਰੀ ਬਣਾਉਣਾ, ਪਤਾ ਨਹੀਂ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣਾ, ਜਾਂ ਕਾਂਗਰਸ ਹਾਈਕਮਾਂਡ ਨਾਲ ਰਿਸ਼ਤੇ ਬੜੇ ਗੂੜੇ ਆ, ਉਹ ਜੇ ਬੰਦਾ ਕਹਿੰਦਾ ਕਿ ਭਾਈ ਮਿਸਮੈਨੇਜਮੈਂਟ ਆ, ਇਹਦਾ ਮਤਲਬ ਹੈ ਕਿ ਸਰਕਾਰ ਚੰਗੇ ਤਰੀਕੇ ਕੰਮ ਨਹੀਂ ਕਰਦੀ। ਕੈਪਟਨ ਸਾਹਿਬ ਨੂੰ ਨਸੀਹਤ ਦੇ ਦਿੱਤੀ। ਦੂਸਰਾ ਉਹਨਾਂ ਨੇ ਇਹ ਵੀ ਕਿਹਾ, ਦੇਖੋ ਕੈਪਟਨ ਸਾਹਿਬ ਤੇ ਉਹਨਾਂ ਦੇ ਸਾਥੀ ਕਹਿ ਚੁੱਕਿਆ ਜੀ ਬਿੱਲ ਇਹ ਕਾਨੂੰਨ ਨਹੀਂ ਰੱਦ ਹੋ ਸਕਦੇ ਜਿਹੜੇ ਬਿਜਲੀ ਵਾਲੇ ਸਮਝੌਤੇ ਆ। ਹੁਣ ਜੇ ਨਹੀਂ ਰੱਦ ਹੋ ਸਕਦੇ ਜਾਂ ਉਹ ਕਹਿੰਦੇ ਅਸੀਂ ਵਾਈਟ ਪੇਪਰ ਹੀ ਜਾਰੀ ਕਰ ਸਕਦੇ ਹਾਂ। ਨਵਜੋਤ ਸਿੰਘ ਤੇ ਸਿੱਧੂ ਆਪਣੇ ਟਵੀਟਾਂ ਦੇ ਵਿੱਚ ਇਹ ਲਿਖੀ ਜਾਂਦਾ ਕਿ ਵਿਧਾਨ ਸਭਾ 'ਚ ਆ ਸਕਦਾ, ਅਸੀਂ ਘੱਟੋ ਘੱਟ ਜਿਹੜਾ ਕੇਂਦਰੀ ਪੂਲ ਹੈ, ਉਹਨਾਂ ਨੇ ਇਹ ਕਿਹਾ ਕਿ ਪੰਜਾਬ ਬਿਜਲੀ ਖਰੀਦਦਾ 4.5 ਰੁਪਏ ਤੋਂ ਵੀ ਵੱਧ ਕੀਮਤ ਤੇ 1 ਯੂਨਿਟ, ਤੇ ਕੇਂਦਰ ਸਰਕਾਰ 3.5 ਰੁਪਏ ਦੀ ਕੇਂਦਰੀ ਪੂਲ 'ਚੋਂ, ਚੰਡੀਗੜ੍ਹ ਵੀ ਸਾਡੇ ਤੋਂ ਸਸਤੀ ਖਰੀਦਦਾ। ਹੁਣ ਜਦੋਂ ਇਹ ਸਾਰਾ ਕੁਝ ਉਹ ਦੱਸੀ ਜਾਂਦੇ ਆ, ਇਸ ਹਿਸਾਬ ਕਿਤਾਬ ਦੇ ਨਾਲ ਇਹਦਾ ਮਤਲਬ ਹੈ ਕਿ ਸਿੱਧੇ ਤੌਰ ਤੇ ਉਹ ਬੰਦਾ ਆਪਣੀ ਹੀ ਪੰਜਾਬ ਸਰਕਾਰ ਦੇ ਨਾਲੋਂ ਵੱਖਰੇ ਵਿਚਾਰ ਰੱਖਦਾ ਕਿ ਕੰਮ ਵਿਧਾਨ ਸਭਾ 'ਚ ਆ ਸਕਦਾ, ਅਸੀਂ ਉਹਨਾਂ ਨੂੰ ਆਪਣੇ ਬੁਲਾਵੇਂ 'ਚ ਲੈ ਸਕਦੇ ਹਾਂ ਤੇ ਲੋਕਾਂ ਨੂੰ ਸਸਤੀ ਤੇ ਮੁਫਤ ਬਿਜਲੀ ਦੇ ਸਕਦੇ ਹਾਂ। ਬਿਲਕੁਲ ਸਹੀ। ਸੋਹਣੇ ਆਪਾਂ ਥੋੜਾ ਜਿਹਾ ਹੋਰ ਐਕਸਪਲੇਨ ਕਰ ਦਿੰਦੇ ਹਾਂ, ਮੋਟਾ ਹੈ ਕਿਉਂਕਿ ਅੰਗਰੇਜ਼ੀ 'ਚ ਲਿਖਦੇ ਨੇ ਸਿੱਧੂ ਸਾਹਿਬ, ਯਾਰ ਇੱਕ ਤੇ ਅੰਗਰੇਜ਼ੀ ਦੇ ਗਾਂ ਪੰਜਾਬੀ ਤਰਜਮਾ ਕਰਨਾ ਔਖਾ ਹੋ ਜਾਂਦਾ ਜੀ। ਮਤਲਬ ਮੋਟਾ ਜਿਹਾ ਦੇਸੀ ਤਰੀਕੇ ਨਾਲ ਹਿਸਾਬ ਤਾਂ ਇਹ ਬਣਦਾ ਵੀ ਆਪਾਂ ਇਹ ਕਹਿ ਲਈਏ ਵੀ ਵਾਹਵਾ ਵੱਡਾ ਢੇਰ ਲੱਗਾ ਕੇਂਦਰ ਸਰਕਾਰ ਕੋਲੇ ਬੱਤੀ ਦਾ, ਉਹ ਕਹਿੰਦੇ ਵੀ 3.5 ਬਈ ਹੈ ਨਾ, ਤੇ ਜਿਹੜੇ ਬਾਕੀ ਸੂਬੇ ਨੇ ਜਿਨ੍ਹਾਂ ਦੇ ਕੋਲੋਂ ਜਿਹੜਾ ਭੰਡਾਰ ਹੈ ਬੱਤੀ ਦਾ ਨਹੀਂ ਹੈਗਾ, ਉਹ ਕਹਿੰਦੇ ਲਓ ਜੀ 3.5 ਨੂੰ ਦੇ ਦਿਓ। ਹੁਣ ਦਿੱਲੀ ਵਰਗਾ ਸੂਬਾ ਜਿੱਥੇ ਕੋਈ ਉਹਨਾਂ ਕੋਲੇ ਆਪਣਾ ਨਹੀਂ ਹੈਗਾ, ਉਹ 3.5 ਨੂੰ ਵੀ ਲਈ ਜਾਂਦੇ ਨੇ, ਹੋ ਸਕਦਾ ਇਹ ਤੋਂ ਵੀ ਸਸਤਾ ਲੈਂਦੇ ਹੁਣ। ਦੂਜੇ ਪਾਸੇ ਚੰਡੀਗੜ੍ਹ ਵੀ ਲਈ ਜਾਂਦਾ, ਪਰ ਪੰਜਾਬ ਜਿਹਦੇ ਕੋਲੇ ਆਪਣਾ ਵੀ ਹੈਗਾ ਛੋਟਾ ਮੋਟਾ ਢੇਰ, ਉਹ ਕਹਿੰਦਾ ਵੀ ਥੋੜ੍ਹੀ ਜਿਹੀ ਹੋਰ ਲੋੜ ਆ ਤੇ ਆਪਾਂ ਉਹ ਕਹਿੰਦਾ ਆਪਾਂ 4.5 ਨੂੰ ਲੈਂਦੇ ਹਾਂ ਬਈ।
ਇੱਥੇ ਇੱਕ ਝੋਲ ਹੈ ਵੀ ਜੇ ਮੰਨ ਲਓ ਪੂਰੇ ਦੇਸ਼ ਦੇ ਵਿੱਚ ਕੋਈ ਨੈਸ਼ਨਲ ਐਵਰੇਜ ਜਿਹੜੀ ਉਹ ਥੱਲੇ ਆ ਬਿਜਲੀ ਖਰੀਦਦੀ, ਤੇ ਪੰਜਾਬ ਮਹਿੰਗੀ ਕਿਉਂ ਖਰੀਦ ਰਿਹਾ? ਪਹਿਲੀ ਗੱਲ ਤੇ ਇਹ ਤੇ ਸੋਚੋ। ਦੂਜੀ ਗੱਲ, ਜਿਹੜੇ ਕੀਤੇ ਸਮਝੌਤੇ, ਉਹਨਾਂ ਸਮਝੌਤਿਆਂ ਨੂੰ ਜੇ ਸਿੱਧਾ ਰੱਦ ਨਹੀਂ ਕਰ ਸਕਦੇ ਤੇ ਤੁਸੀਂ ਵਿਧਾਨ ਸਭਾ ਸੈਸ਼ਨ ਸੱਦੋ, ਉੱਥੇ ਲਿਆ ਕੇ ਕਾਨੂੰਨ ਬਣਾ ਦਿਓ। ਜਦੋਂ ਤੁਸੀਂ ਕਾਨੂੰਨ ਬਣਾ ਦਿਓਗੇ ਤੇ ਫਿਰ ਜਿਹੜਾ ਉਹ ਮੰਨ ਲਓ ਕਿ ਤੁਹਾਨੂੰ ਇਹ ਲੱਗਦਾ ਵੀ ਕੱਲ੍ਹ ਨੂੰ ਅਦਾਲਤਾਂ 'ਚ ਜਾ ਸਕਦੇ ਨੇ ਉਹ ਥਰਮਲ ਪਲਾਂਟ ਵਾਲੀਆਂ ਕੰਪਨੀਆਂ, ਤੰਗ ਹੋ ਸਕਦੇ ਆ। ਤੁਸੀਂ ਪਹਿਲਾਂ ਥੱਲਿਓਂ ਜੜ ਵੱਢ ਲਓ, ਵੱਲ ਨੂੰ ਬਾਅਦ ਛਾਂਗ ਲਿਓ। ਸੰਧਾਲੀਆ ਸਾਹਿਬ, ਜੋ ਕੁਝ ਨਵਜੋਤ ਸਿੰਘ ਸਿੱਧੂ ਨੇ ਆਖਿਆ ਸਾਨੂੰ ਨਹੀਂ ਪਤਾ ਇੰਪਲੀਮੈਂਟ ਹੋ ਸਕਣਾ ਕਿ ਨਹੀਂ, ਪਰ ਜਿਹੜੀ ਇੱਕ ਗੱਲ ਮੇਰਾ ਧਿਆਨ ਉੱਥੇ ਜਾਂਦਾ ਸੀ, ਅਸੀਂ ਬਾਰ-ਬਾਰ ਕਹਿੰਦੇ ਆ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਸਿਟੀ ਬਿਊਟੀਫੁਲ ਚੰਡੀਗੜ੍ਹ ਵਸਾਇਆ। ਉਹਨਾਂ ਨੇ 1 ਰੁਪਈਏ ਤੋਂ ਵੀ ਵੱਧ ਦਾ ਫਰਕ ਦੱਸਿਆ ਯੂਨਿਟ ਦੇ ਵਿੱਚ ਕਿ ਚੰਡੀਗੜ੍ਹ ਬਿਜਲੀ ਖਰੀਦਦਾ, ਪੰਜਾਬ ਵੀ ਬਿਜਲੀ ਖਰੀਦਦਾ, ਪਰ ਚੰਡੀਗੜ੍ਹ ਵਾਲੇ 1 ਰੁਪਈਏ ਤੋਂ ਵੀ ਸਸਤੀ ਖਰੀਦਦੇ। ਜਾਣੀ ਅਸੀਂ ਜੇ 4.5 ਦੀ ਖਰੀਦਦੇ ਹਾਂ ਤੇ ਉਹ 3.5 ਤੋਂ ਵੀ ਘੱਟ ਦੀ ਖਰੀਦਦੇ ਆ। ਕਾਰਨ ਕੀ ਆ ਬਈ? ਹੱਦ ਸਾਡੀ ਨਾਲ ਲੱਗਦੀ ਹੈ। ਸਾਡੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ। ਜੇ ਚੰਡੀਗੜ੍ਹ ਵਾਲਿਆਂ ਨੂੰ ਸਸਤੀ ਬਿਜਲੀ ਮਿਲ ਸਕਦੀ ਹੈ, ਉਹਨਾਂ ਸਾਫ਼ ਲਿਖਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਸਮਝੌਤੇ ਹੋਏ, ਉਹਦੇ ਵਿੱਚ ਐਸੀਆਂ ਮਾੜੀਆਂ ਮਦਾਂ ਪਾਈਆਂ ਗਈਆਂ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਖਰੀਦਣੀ ਪਈ। ਨਾਲ ਉਹਨਾਂ ਨੇ ਮਿਸਮੈਨੇਜਮੈਂਟ ਸ਼ਬਦ ਲਿਖ ਦਿੱਤਾ, ਨਾਲ ਇਹ ਕਹਿ ਦਿੱਤਾ ਕਿ ਵਿਧਾਨ ਸਭਾ 'ਚ ਜਾ ਕੇ ਕੰਮ ਹੋ ਸਕਦਾ। ਹੁਣ ਆਪਣੀ ਸਰਕਾਰ ਤੇ ਵੀ ਵਰਪ ਹੈ, ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਵੀ ਵਰਪ ਹੈ। ਇਹਦਾ ਕਾਂਗਰਸ ਪਾਰਟੀ ਦੇ ਅੰਦਰੂਨੀ ਤੌਰ ਤੇ ਅਸਰ ਕੀ ਪਊਗਾ, ਬਾਹਰੀ ਤੌਰ ਤੇ ਅਸਰ ਕੀ ਪਊਗਾ? ਇੱਕ ਤਾਂ ਇਹ ਮੁੱਦਾ ਬਣ ਗਿਆ, ਪਰ ਨਾਲ ਲੱਗਦਾ ਹੀ ਇਹ ਪਹਿਲੀ ਵਾਰ ਹੋ ਰਿਹਾ ਕਿ ਕਿਸੇ ਮੁੱਦੇ ਤੇ ਅਕਾਲੀ ਦਲ ਕੁਝ ਹੋਰ ਕਹਿੰਦਾ, ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਕੁਝ ਹੋਰ ਕਹਿੰਦੀ ਹੈ, ਪਰ ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਦਾ ਟਰੈਕ ਇੱਕ ਹੈ। ਬੈਠੇ ਨਹੀਂ ਇਕੱਠੇ, ਨਾਮ ਨਹੀਂ ਇੱਕ ਦੂਜੇ ਦਾ ਲਿਆ, ਪਿੱਠ ਨਹੀਂ ਥਾਪੜੀ, ਪਰ ਜਿੱਦਾਂ ਦੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਕੀਤੀਆਂ, ਅੱਧੀਆਂ ਕੁ ਗੱਲਾਂ ਤਕਰੀਬਨ ਰਲਦੀਆਂ ਮਿਲਦੀਆਂ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਨੇ ਵੀ ਕਰਤੀਆਂ। ਇਹ ਠੀਕ ਹੈ। ਅੱਜ ਵੈਸੇ ਉਹਨਾਂ ਨੇ ਕਹਿੰਦੇ ਕਿ ਆਪਣਾ ਸਿਸਮ ਵਾਲਾ ਜਿਹੜਾ ਫਾਰਮ ਹਾਊਸ ਹੈ ਉਹ ਘੇਰਨਾ, ਪ੍ਰਧਾਨ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਉੱਥੇ ਜਾਣਗੇ। ਕਹਿੰਦੇ ਵੀ ਉੱਥੇ ਜਾ ਕੇ ਅਸੀਂ ਰਾਜੀ ਨੂੰ ਜਗਾਉਣਾ, ਮਤਲਬ ਕਰਦੀਆਂ ਹੁੰਦੀਆਂ ਪੋਲੀਟੀਕਲ ਪਾਰਟੀਆਂ। ਪਰ ਇੱਕ ਗੱਲ ਹੈ ਵਾਰਡ ਸਾਹਿਬ ਵੀ ਹੁਣ ਇਹ ਜਿਹੜੇ ਮੰਨ ਲਓ ਵੀ ਹੁਣ ਰੋਸ ਪ੍ਰਦਰਸ਼ਨ, ਧਰਨੇ ਪ੍ਰਦਰਸ਼ਨ ਕਰਨ ਨਾਲੋਂ ਜੇ ਮੇਰੇ ਖਿਆਲ ਨਾਲ ਜਿਹੜਾ ਆਹ ਤਰੀਕਾ ਹੈ ਕਿ ਵੀ ਇੱਕ ਪੂਰੀ ਦੀ ਪੂਰੀ ਮੰਨ ਲਓ ਡਿਟੇਲ ਆ ਉਹ ਕਲੀਅਰ ਕੱਟ ਖੋਲ ਕੇ ਸਾਹਮਣੇ ਰੱਖ ਦਿੱਤੀ ਹੈ, ਮੈਨੂੰ ਤਾਂ ਲੱਗਦਾ ਹੁੰਦਾ ਵੀ ਆਮ ਆਦਮੀ ਪਾਰਟੀ ਕੋਲ ਸਗੋਂ ਇੱਕ ਹੋਰ ਅਪਰ ਹੈਂਡ ਹੈ। ਜਿੱਦਾਂ ਉਹਨਾਂ ਨੇ ਨਿੱਕੀ ਜੀ ਗੱਲ ਪਹਿਲਾਂ ਕੀਤੀ, ਉਸ ਤੋਂ ਬਾਅਦ ਉਹਨੂੰ ਕਲੀਅਰ ਕਰਦਿਆਂ 2 ਦਿਨ ਲਾਤੇ ਵੀ 300 ਯੂਨਿਟ ਮਾਫ ਕਰਾਂਗੇ, ਫਿਰ 300 ਤੋਂ ਕਹਿੰਦੇ ਨਹੀਂ ਉਹ ਦੂਜਿਆਂ ਨੇ ਰੌਲਾ ਪਾਤਾ 300 ਕਿੱਥੇ ਕਰਨੇ, ਉਸ ਦਾ 200 ਕਰਦੇ ਸੀ, ਐਵੇਂ ਠੱਗੀ ਮਾਰਦੇ ਸਾਡੇ ਨਾਲ। ਉਹ ਫਿਰ ਸਮਝਾਇਆ ਨਹੀਂ 300 ਆ, ਫਿਰ ਮੁੜ ਕੇ ਅਗਲੇ ਦਿਨ ਆਏ ਨਹੀਂ 2 ਮਹੀਨਿਆਂ ਦਾ ਬਿੱਲ ਇਹਦਾ 600 ਯੂਨਿਟ ਮਾਫ ਕਰਨਾ। ਵੀ ਭਲਿਓ ਜੇ ਤੁਸੀਂ ਉੱਤੇ ਪਹਿਲਾਂ ਕੰਮ ਕਰ ਲੈਂਦੇ, ਪਹਿਲਾਂ ਹੀ ਆਣ ਕੇ ਜ਼ਿਕਰ ਕਰਦੇ ਵੀ 600 ਯੂਨਿਟ ਜਿਹੜਾ ਇੱਕ ਬਿੱਲ ਦੇ ਵਿੱਚ ਆਮ ਆਦਮੀ ਪਾਰਟੀ ਤੁਹਾਨੂੰ ਮਾਫ ਕਰਕੇ ਦੇਊਗੀ, ਇੰਨੀ ਗੱਲ ਕੀਤੀ ਹੁੰਦੀ ਤੇ ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਦੇ ਇਸ ਐਲਾਨ ਤੋਂ ਬਾਅਦ ਬਾਕੀਆਂ ਨੇ ਕਈਆਂ ਨੇ ਸੋਚਣ ਹੀ ਬਹਿਣਾ ਤੁਹਾਡਾ ਭਲਾ 600 ਯੂਨਿਟ ਹੋਏ ਹੈ ਨਾ ਕਾਹਲੀ। ਹੁਣ ਮੇਰੇ ਖਿਆਲ ਨਾਲ ਹੁਣ ਵੀ ਜੇ ਉਹਨਾਂ ਨੂੰ ਇਹ ਲੱਗਦਾ ਵੀ ਧਰਨੇ ਪ੍ਰਦਰਸ਼ਨ ਕਰਨ ਉਹਦੇ ਅਕਾਲੀ ਦਲ ਨੇ ਵੀ ਕੀਤੇ ਇਹ ਗੱਲ, ਅੱਜ ਸ਼ਾਇਦ ਉਹ ਫਿਰ ਕੁਛ ਨਾ ਕੁਛ ਸੱਪ ਕੱਢ ਦੇਣ। ਤੇ ਜੇ ਤੇ ਧਰਨੇ ਪ੍ਰਦਰਸ਼ਨ ਵਾਲੇ ਰਾਹ ਤੇ ਪੈਣਾ, ਉਹਦੇ ਨਾਲੋਂ ਚੰਗਾ ਕਿ ਜਿਹੜੀ ਇਹੋ ਜਿਹੀ ਚੀਜ਼, ਇੱਕ ਲੌਜੀਕਲ ਗੱਲ ਵੀ ਆਹ ਚੀਜ਼ ਇੱਥੇ ਇੱਦਾਂ ਆ, ਇੱਥੇ ਇੱਦਾਂ ਆ, ਪੰਜਾਬ ਦਾ ਇੱਥੇ ਨੁਕਸਾ, ਅਸੀਂ ਇਹਨੂੰ ਇੱਦਾਂ ਸੁਧਾਰ ਸਕਦੇ ਹਾਂ, ਉਹ ਲੋਕਾਂ ਦੇ ਜ਼ਿਆਦਾ ਦਿਮਾਗ 'ਚ ਪੈਂਦੀ। ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਬਿਲਕੁਲ ਠੀਕ ਹੈ। ਬਿਜਲੀ ਬੋਰਡ ਦੇ ਵਿੱਚ ਪਾਵਰਕਾਮ ਦੇ ਵਿੱਚ ਵੱਡੇ ਅਹੁਦਿਆਂ ਤੇ ਬੈਠੇ ਕਈ ਅਧਿਕਾਰੀਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਵਰਕਾਮ ਪੈਰਾਂ ਸਿਰ ਆ ਸਕਦਾ, ਅਸੀਂ ਤਨਖਾਹਾਂ ਵੀ ਦੇ ਸਕਦੇ ਹਾਂ, ਪੈਨਸ਼ਨਾਂ ਵੀ ਦੇ ਸਕਦੇ ਹਾਂ, ਬਿਜਲੀ ਮੁਫਤ ਦੀ ਜਗ੍ਹਾ ਦੇ ਉੱਤੇ ਸਸਤੀ ਬਿਜਲੀ ਦੀ ਲੋੜ ਹੈ ਕਿ ਉਨੇ ਕੁ ਰੁਪਈਆਂ ਦੀ ਬਿਜਲੀ ਦਿਓ ਜਿੰਨੇ ਕੁ ਦਾ ਬਿੱਲ ਲੋਕ ਦੇ ਸਕਣ। ਚੋਰੀ ਰੋਕੋ, ਵੇਸਟੇਜ ਰੋਕੋ, ਤੇ ਜਿਹੜੇ ਗਲਤ ਸਮਝੌਤੇ ਹੋਏ ਆ ਚਲੋ ਕਰ ਦਿੱਤੇ, ਮਿੱਟੀ ਪਾਈ ਨਹੀਂ ਹੁਣ ਤੱਕ ਰੱਦ ਕੀਤੇ, ਮਿੱਟੀ ਪਾਈ ਹੁਣ ਕਰ ਦਿਓ, ਸੋਧ ਕਰ ਦਿਓ। ਪਰ ਇੱਕ ਗੱਲ ਹੈਗੀ ਆ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਾਨੂੰ ਨਹੀਂ ਪਤਾ ਕਿ ਕੌਣ ਪੰਜਾਬ ਦਾ ਭਲਾ ਕਰੂ ਤੇ ਨਾ ਕਰੂ, ਪਰ ਇਸ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਆ ਕਿ ਭਾਈ ਵਿਧਾਨ ਸਭਾ 'ਚ ਮਤਾ ਲਿਆ ਕੇ ਕੁਛ ਹੋ ਸਕਦਾ ਪੁਰਾਣੇ ਸਮਝੌਤਿਆਂ ਦਾ। ਭਗਵੰਤ ਮਾਨ ਹੋਰੀ ਵੀ ਕਹਿੰਦੇ ਆ ਕਿ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਸਾਹਮਣੇ ਵੀ ਦਿੱਲੀ 'ਚ ਪ੍ਰਾਈਵੇਟ ਕੰਪਨੀਆਂ ਅੜਦੀਆਂ ਸੀ ਕਿ ਤੁਸੀਂ ਹਿਲਾ ਨਹੀਂ ਸਕਦੇ, ਤੁਸੀਂ ਉਂਗਲੀ ਨਹੀਂ ਕਰ ਸਕਦੇ, ਕਹਿੰਦੇ ਉਹਨਾਂ ਨੇ ਥਾਂ ਸਿਰ ਲਿਆਂਦੀਆਂ ਤੇ ਸਸਤੀ ਬਿਜਲੀ ਦੇ ਰਹੇ ਆ, ਅਸੀਂ ਪੰਜਾਬ 'ਚ ਵੀ ਵਿਧਾਨ ਸਭਾ 'ਚ ਮਤਾ ਲਿਆ ਕੇ ਇਦਾਂ ਹੀ ਕਰਾਂਗੇ। ਇੱਥੇ ਇੱਕ ਬਹੁਤ ਵੱਡੇ ਅਧਿਕਾਰੀ ਰਹੇ ਨੇ, ਸਾਬਕਾ ਨੇ ਅੱਜ ਕੱਲ੍ਹ ਪਾਵਰਕਾਮ ਦੇ ਵਿੱਚ, ਉਹਨਾਂ ਨੂੰ ਵੀ ਪੁੱਛਿਆ ਗਿਆ ਸੀ ਕਿ ਕੀ ਜੀ ਉਹ ਫਿਰ ਸਮਝੌਤੇ ਕੋ ਰੱਦ ਹੋ ਸਕਦੇ? ਉਹ ਕਹਿੰਦੇ ਤੁਸੀਂ ਇੱਕ ਗੱਲ ਸੁਣੋ, ਉਹ ਬਹੁਤ ਜ਼ਰੂਰੀ ਹੈ, ਕਹਿੰਦੇ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਆ ਕਿ ਉਹ ਤੁਹਾਡੀ ਗੱਲ ਮੰਨਣਗੇ। ਉਹਨਾਂ ਨੇ ਪੁੱਛਿਆ ਕਿਵੇਂ ਮੰਨਣਗੇ? ਉਹ ਕਹਿੰਦੇ ਚਾਹੇ 20 ਵਾਰੀ ਵਿੱਚ ਲਿਖਿਆ ਹੋਵੇ ਕਿ ਭਾਈ ਉਹ ਰੱਦ ਨਹੀਂ ਹੋ ਸਕਦੇ, ਕੁਛ ਨਹੀਂ ਹੋ ਸਕਦਾ। ਉਹ ਕਹਿੰਦੇ ਮੂੰਗਫਲੀ ਦੀ ਰੇਹੜੀ ਨਹੀਂ ਕਿ ਜੇ ਪੰਜਾਬ ਦੇ ਵਿੱਚ ਲਾ ਲਈ ਆ ਤੇ ਉੱਥੋਂ ਮੜ ਜਾ ਗਾਂਹ ਜਾ ਕੇ ਅਗਲੇ ਪਿੰਡ ਲਾ ਲੈਣੀ ਆ, ਕਹਿੰਦੇ ਨਾ। ਉਹ ਕਹਿੰਦੇ ਅੱਜ ਪੰਜਾਬ ਦੀ ਸਰਕਾਰ ਕੋ ਪੰਗਾ ਪਾ ਦੇਵੇ,
ਭਲਕ ਨੂੰ ਉਹ ਖੰਡਰ ਬਣ ਜਾਣੇ ਆ ਕਿਉਂਕਿ ਬਿਜਲੀ ਕਿਹੜਾ ਕਿਸੇ ਦੇ ਘਰ ਨੇ ਖਰੀਦ ਲੈਣੀ ਆ ਜਾਂ ਵਿਆਹ ਆ ਕਿ ਭਾਈ ਤੁਸੀਂ ਸਾਨੂੰ 2 ਕਿਲੋਵਾਟ ਬਿਜਲੀ ਦੇ ਦਿਓ। ਉਹ ਤਾਂ ਪੰਜਾਬ 'ਚ ਲੱਗੇ ਆ, ਪੰਜਾਬ ਨੂੰ ਕੋਲੇ ਦੀਆਂ ਜਿਹੜੀਆਂ ਖਾਣਾ ਮਿਲੀਆਂ ਉਹਦੇ ਤੋਂ ਕੋਲਾ ਆਉਂਦਾ ਫੇਰ ਚੱਲਦੇ ਆ। ਜੇ ਕਹਿੰਦੇ ਪੰਜਾਬ ਦੀ ਸਰਕਾਰ ਕੋਈ ਨਾ ਕੋਈ ਕਮਜ਼ੋਰੀ ਫੜ ਕੇ ਕੋਈ ਨਾ ਕੋਈ ਕਾਨੂੰਨੀ ਮੱਦ ਫੜ ਕੇ ਕਹਿ ਦੇਵੇ ਕਿ ਨਹੀਂ ਲੈਣੀ ਅਸੀਂ ਸਸਤੀ ਲੈਣੀ ਹੈ, ਉਹ ਤਾਂ ਕਹਿੰਦੇ ਖੰਡਰ ਬਣ ਜਾਣਗੇ। ਜਾਣੀ ਨੈਗੋਸ਼ੀਏਟ ਵਿਚੋਲਗੀ ਉਹਨਾਂ ਨੂੰ ਕਰਨੀ ਪਊਗੀ। ਉਹਦੇ ਵਿੱਚ ਸਿਰਫ ਤੇ ਸਿਰਫ ਸਾਡੇ ਸਿਆਸਤਦਾਨਾਂ ਦੀ ਨੀਅਤ ਤੇ ਨੀਤੀ ਦੋਵੇਂ ਚੀਜ਼ਾਂ ਠੀਕ ਚਾਹੀਦੀਆਂ। ਪਰ ਇਸ ਗੱਲ ਤੋਂ ਤਾਂ WhatsApp ਫਿਰ ਜਿਹੜੀਆਂ ਚੀਜ਼ਾਂ ਵਿਰੋਧੀ ਇਲਜ਼ਾਮ ਲਾਉਂਦੇ ਨੇ, ਖਾਸ ਕਰਕੇ ਆਮ ਆਦਮੀ ਪਾਰਟੀ ਕਈ ਵਾਰ ਕਹਿ ਚੁੱਕੀ ਹੈ ਵੀ ਭਾਈ ਕੁਝ ਹੈ ਵਿੱਚ ਹਿੱਸੀ ਪੱਤੀ ਵਾਲੀ ਗੱਲ। ਹੁਣ ਮੰਨ ਲਓ ਆਹ ਗੱਲ ਆ, ਮੇਰਾ ਥਰਮਲ ਪਲਾਂਟ ਹੋਵੇ ਤੇ ਮੈਨੂੰ ਪਤਾ ਹੋਵੇ ਭਾਈ ਸਾਹਿਬ ਬਾਠ ਦੇ ਵਿੱਚ ਲੱਤ ਫਸਾ ਸਕਦਾ, ਤੇ ਫਿਰ ਬਾਠ ਦਾ ਕੁਛ ਨਾ ਕੁਛ ਖਿਆਲ ਤਾਂ ਸਾਨੂੰ ਰੱਖਣਾ ਹੀ ਪਊਗਾ। ਤੇ ਫਿਰ ਬਾਠ ਨੂੰ ਇਹ ਫਿਕਰ ਲੱਗੇ ਵੀ ਯਾਰ ਜੇ ਬੰਦ ਹੋ ਗਿਆ ਨਾ ਤੇ ਫਿਰ ਉਹ ਨਾ ਹੋ, ਹੈ ਨਾ, ਫਿਰ ਤਾਂ ਚੁੱਲ੍ਹੇ 'ਚੋਂ ਧੂੰਆਂ ਨਿਕਲਣਾ ਬੰਦ ਹੋ ਜਾਏਗਾ। ਹਾਂ, ਮਤਲਬ ਜੇ ਇਦਾਂ ਹੀ ਆ, ਆਪਾਂ ਨਹੀਂ ਕਹਿੰਦੇ ਇਦਾਂ ਆ, ਪਰ ਜੇ ਇਦਾਂ ਹੀ ਆ ਤੇ ਫਿਰ ਇਹਦਾ ਮਤਲਬ ਵਿਰੋਧੀ ਜੋ ਕਹਿੰਦੇ ਠੀਕ ਹੀ ਕਹਿੰਦੇ। ਇਹ ਗੱਲ ਭਗਵੰਤ ਮਾਨ ਹੋਣਾ ਦੀ ਹੁਣੇ ਮੇਰੇ ਧਿਆਨ 'ਚ ਆਈ। ਉਹ ਕਹਿੰਦੇ ਦੇਖੋ ਦੁਨੀਆ ਚੱਲ ਗਈ ਯਾਰ ਸੋਲਰ ਪਾਵਰ ਤੇ ਆਪਾਂ ਚਲੇ ਜਾਈਏ, ਪੰਜਾਬ ਦੇ ਵਿੱਚ ਗਰਮੀ ਨੂੰ ਤੁਸੀਂ ਰੋਂਦੇ ਫਿਰਦੇ ਰਹਿੰਦੇ ਹੋ ਵੀ ਉਹ ਭਰਾਵਾ ਕਿਤੇ ਸੂਰਜ ਤੋਂ ਸਾਡਾ ਕੋਈ ਖਹਿੜਾ ਛਡਾ ਦੇਵੇ। ਤੇ ਜਿਹੜੇ ਸੋਲਰ ਪਲਾਂਟ ਲਾਉਣ ਦੀ ਚਰਚਾ ਚੱਲੀ ਸੀ ਉਦੋਂ ਵਾਕਿਆ ਚੱਲੀ ਸੀ ਅਕਾਲੀ BJP ਸਰਕਾਰ ਦੇ ਵੇਲੇ 'ਚ, ਉਹ ਕਿੰਨਾ ਦੇ ਲੱਗਿਆ ਕਹਿੰਦੇ ਚੈੱਕ ਕਰਾ ਲਓ। ਮੇਰੇ ਕੋਲ ਲਿਸਟ ਹੈਗੀ ਆ, ਮੇਰੇ ਕੋਲ ਲਿਸਟ ਹੈਗੀ। ਮਤਲਬ ਉਦੋਂ ਕਹਿੰਦੇ ਸੀ ਵੀ ਆਮ ਲੋਕਾਂ ਦੇ ਖੇਤਾਂ 'ਚੋਂ ਬਿਜਲੀ ਪੈਦਾ ਹੋਇਆ ਕਰੂਗੀ, ਵੀ ਆਮ ਲੋਕ ਕਿਸੇ ਨੂੰ ਸੋਲਰ ਤੁਸੀਂ ਲਵਾਉਣ ਦਿੱਤਾ। ਆਮ ਲੋਕ ਦੇ ਬੰਦਾ ਵਿਚਾਰਾ ਜਿਹਦੇ ਕੋਲ ਕੋਈ ਮਾੜੇ ਮੋਟ ਕੋਈ ਰੁਪਈਏ ਧੇਲੇ ਹੈਗੇ ਆ, ਉਹ ਕਹਿੰਦਾ ਯਾਰ ਦਫਾ ਕਰੋ, ਜਨਰੇਟਰ ਤੇ ਵੀ ਡੀਜ਼ਲ ਫੂਕਣਾ, ਉਹਨੂੰ ਚੰਗਾ ਛੱਤ ਤੇ ਸੋਲਰ ਲਵਾ ਲਓ। ਪਰ ਜਿਹੜੇ ਉਹ ਚੀਜ਼ ਹੈ ਵੀ ਤੁਸੀਂ ਆਪਣੇ ਖੇਤ 'ਚ ਲਵਾ ਸਕਦੇ ਹੋ, ਤੁਸੀਂ ਜ਼ਮੀਨ 'ਚ ਲਾ ਸਕਦੇ ਹੋ, ਉਹੋ ਹੀ ਖੇਤ ਉਹੋ ਹੀ ਪੈਲੀਆਂ ਜਿਹੜੀਆਂ ਝੋਨੇ ਦਾ ਕਰਕੇ ਪਾਣੀ ਨੂੰ ਰੋਂਦੇ ਫਿਰਦੇ ਆ, ਉੱਥੋਂ ਜ਼ਮੀਨ ਤੋਂ ਬਿਜਲੀ ਪੈਦਾ ਕਰਕੇ ਵੇਚੀ ਜਾ ਸਕਦੀ ਸੀ। ਉਹ ਆਮ ਲੋਕਾਂ ਤੱਕ ਗੱਲ ਪਹੁੰਚਣੀ ਨਹੀਂ ਦਿੱਤੀ। ਸੰਧਾਲੀਆ ਸਾਹਿਬ ਉਹਨੂੰ ਨਵਿਆਉਣਯੋਗ ਊਰਜਾ ਕਹਿੰਦੇ ਆ, ਵੀ ਜਿਹੜੀ ਦੁਬਾਰਾ ਨਵਿਆਉਣਯੋਗ ਪੰਜਾਬੀ 'ਚ ਪਤਾ ਨਹੀਂ, ਮੈਨੂੰ ਤਾਂ ਵਿਆਹੁਣਯੋਗ ਹੀ ਲੱਗੀ। ਨਹੀਂ ਨਵਿਆਉਣ ਤੁਸੀਂ ਕਦੀ ਰੁਪਈਆ ਤੁਹਾਡੇ ਮਨ 'ਚ ਆਉਂਦਾ, ਕਦੇ ਵਿਆਹੁਣ ਤੁਹਾਡੇ ਮਨ 'ਚ ਆਉਂਦਾ, ਕੋਈ ਨਹੀਂ ਗੱਲ ਕਰਦੇ ਆ। ਮੈਂ ਉਧਰਲੇ ਪਾਸੇ ਨਹੀਂ ਵੈਸੇ ਮੈਂ ਨਹੀਂ, ਇਹ ਸ਼ਬਦ ਆਮ ਨਹੀਂ ਹੁੰਦਾ ਵੀ ਫਲਾਨਾ ਹੁੰਦਾ, ਚਾਹੇ ਆਮ ਆ ਚਾਹੇ ਖਾਸ ਆ, ਮੈਂ ਟਿੱਪਣੀਆਂ ਲੈ ਲੈਣੀਆਂ। ਮੈਂ ਖਰੇ ਕਿਹੜੀ ਗੱਲੋਂ ਚੁੱਪਿਆ। ਚਲੋ ਸੰਧਾਲੀਆ ਸਾਹਿਬ ਗੱਲ ਪਤਾ ਕੀ ਜੀ, ਉਹ ਜਿਹੜਾ ਪ੍ਰੋਗਰਾਮ ਸੀ ਬਹੁਤ ਵਧੀਆ ਸੀ। ਇਸ ਮੁੱਦੇ ਤੇ ਵੀ ਭਗਵੰਤ ਮਾਨ ਤੇ ਸਿੱਧੂ ਇੱਕ ਮਤ ਨੇ, ਹਾਲਾਂਕਿ ਇਕੱਠੇ ਨਹੀਂ ਬੈਠੇ, ਨਾ ਇੱਕ ਦੂਜੇ ਦਾ ਜ਼ਿਕਰ ਕਰਦੇ ਆ। ਨਵਜੋਤ ਸਿੰਘ ਸਿੱਧੂ ਦਾ ਟਵੀਟ ਵੀ ਕਹਿੰਦਾ ਕਿ ਨਵਿਆਉਣਯੋਗ ਊਰਜਾ ਜਿਹੜੀ ਬਹੁਤ ਜ਼ਰੂਰੀ ਹੈ। ਭਗਵੰਤ ਮਾਨ ਨੇ ਵੀ ਜ਼ਿਕਰ ਕੀਤਾ। ਇੱਕ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ, ਕੋਲਾ ਬਲਦਾ, ਪ੍ਰਦੂਸ਼ਣ ਹੁੰਦਾ, ਉਹਦੇ ਨਾਲ ਜੋ ਸੂਰਜ ਦੇ ਨਾਲ ਬਿਜਲੀ ਬਣ ਜਾਏ ਤਾਂ ਸਾਨੂੰ ਹੋਰ ਕੀ ਚਾਹੀਦਾ। ਪਰ ਉਦੋਂ ਇੱਕ ਪ੍ਰੋਗਰਾਮ ਕੀ ਆਇਆ ਸੀ ਕਿ ਭਾਈ ਤੁਸੀਂ ਆਪਣੇ ਖੇਤਾਂ ਦੇ ਵਿੱਚ ਸੋਲਰ ਪਲਾਂਟ ਲਵਾਓ, ਉਹਦੇ ਤੋਂ ਤੁਹਾਡੀ ਮੋਟਰ ਚੱਲੇ, ਜੇ ਉਹ ਵੱਧ ਬਿਜਲੀ ਪੈਦਾ ਕਰਦਾ ਤਾਂ ਸਰਕਾਰ ਨੂੰ ਵੇਚ ਦਿਓ। ਵੇਚੀ ਜਾ ਰਹੀ ਹੈ, ਪਰ ਪੰਜਾਬ ਦੇ ਕਿੰਨੇ ਕੁ ਪਿੰਡਾਂ ਦੇ ਵਿੱਚ ਆਮ ਲੋਕ ਵੇਚਦੇ ਨੇ ਜਾਂ ਖਾਸ ਲੋਕ ਵੇਚਦੇ ਨੇ? ਲਿਸਟਾਂ ਜਾਰੀ ਹੋਣੀਆਂ ਚਾਹੀਦੀਆਂ। ਚਲੋ ਜੇ ਖਾਸ ਨੇ ਵੀ ਲਾ ਲਿਆ, ਘੱਟੋ ਘੱਟ ਸੋਲਰ ਤੋਂ ਊਰਜਾ ਤਾਂ ਮਿਲੀ, ਬਿਜਲੀ ਤਾਂ ਮਿਲੀ, ਪਰ ਆਮ ਲੋਕਾਂ ਤੱਕ ਉਹ ਫੈਸਿਲਿਟੀ ਪਹੁੰਚੀ ਕਿਉਂ ਨਹੀਂ? ਸੋ ਕਿਤੇ ਨਾ ਕਿਤੇ ਅਸੀਂ ਨਹੀਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਤੇ ਭਗਵੰਤ ਮਾਨ ਇੱਕ ਟਰੈਕ ਤੇ ਨੇ, ਹੁਣ ਦੋਨਾਂ ਦਾ ਟਰੈਕ ਪਤਾ ਨਹੀਂ ਕਿਹੜੇ ਵੇਲੇ ਐ ਹੋ ਜਾਣਾ। ਪਰ ਇੱਕ ਦਿੱਲੀ ਬੈਠੇ ਨੇ, ਆ ਗਏ ਪਟਿਆਲੇ ਵਹੇ ਹੁਣ ਸਿੱਧੂ ਸਾਹਿਬ ਵੀ, ਦੂਜੇ ਪਾਸੇ ਭਗਵੰਤ ਮਾਨ ਸਾਹਿਬ ਚੰਡੀਗੜ੍ਹ ਸੀ। ਕਈ ਮੁੱਦਿਆਂ ਦੇ ਉੱਤੇ ਉਹਨਾਂ ਦੀ ਸੁਰ ਇੱਕ ਲੱਗਦੀ ਹੈ। ਇੱਕ ਸੁਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿੰਨਾ ਕੁ ਭੁਚਾਲ ਲਿਆ ਸਕਦੀ ਹੈ, ਕਿੰਨਾ ਕੁ ਨਹੀਂ, ਇਹਦੇ ਉੱਤੇ ਜਿੱਥੇ ਨਜ਼ਰਾਂ ਟੇਕੀਆਂ ਰਹਿਣਗੀਆਂ ਉੱਥੇ ਭਾਈ ਜੇ ਸਿਆਸੀ ਤੌਰ ਤੇ ਕਿਸੇ ਨੂੰ ਪੱਖੀਆਂ ਪੁੱਖੀਆਂ ਮਿਲੀਆਂ ਤਾਂ ਝਾਲਰ ਆਪ ਲਾ ਲਿਓ, ਕਿਹੜੀ ਝਾਲਰ ਲੱਗੀ ਨਹੀਂ ਹੁੰਦੀ। ਵੈਸੇ ਮੈਂ ਸੋਚਦਾ ਸੀ ਵੀ ਇਸ ਵਕਤ ਚਰਚਾ ਜਿਹੜੀ ਹੈ ਨਾ, ਜਿਹੜੀ ਪੰਜਾਬ ਦੇ ਵਿੱਚ ਆ, ਬਹੁਤ ਹੀ ਹਰੇਕ ਬੰਦਾ ਚਾਹੁੰਦਾ ਵੀ ਯਾਰ ਨਵਜੋਤ ਸਿੱਧੂ ਵਰਗਾ ਬੰਦਾ ਚਾਹੀਦਾ। ਬਹੁਤ ਸਾਰੇ ਬੰਦੇ ਕਹਿੰਦੇ ਯਾਰ ਭਗਵੰਤ ਮਾਨ ਨੇ ਬਹੁਤ ਮਿਹਨਤ ਕੀਤੀ, ਯਾਰ ਉਹਦੇ ਵਰਗਾ ਬੰਦਾ ਚਾਹੀਦਾ। ਮੈਂ ਕਹਿੰਦਾ ਵੀ ਯਾਰ ਇਹ ਬਿਜਲੀ ਦੀਆਂ ਗੱਲਾਂ ਕਰਦੇ, ਬਿਜਲੀ ਦੀ ਕੇਬਲ ਤੋਂ ਹੀ ਕੋਈ ਨਾ ਕੋਈ ਬੰਦਾ ਸਿੱਖ ਲਵੇ। ਹੁਣ ਜਿਹੜੀ ਬਿਜਲੀ ਦੀ ਕੇਬਲ ਹੁੰਦੀ ਹੈ, ਉਸ ਕੇਬਲ ਦੇ ਅੰਦਰ ਫਿਰ ਦੋ ਤਾਰਾਂ ਹੁੰਦੀਆਂ, ਇੱਕ ਨੈਗੇਟਿਵ ਹੁੰਦੀ ਹੈ, ਇੱਕ ਪੋਜ਼ਿਟਿਵ ਹੁੰਦੀ ਹੈ। ਉਹ ਦੋਵੇਂ ਤਾਰਾਂ ਜੇ ਇੱਕੋ ਥਾਂ ਦੇ ਉੱਪਰ ਅਲੱਗ-ਅਲੱਗ ਥਾਂ ਜਾ ਕੇ ਫਿੱਟ ਹੋ ਜਾਣ ਤੇ ਫਿਰ ਬਲਬ ਵੀ ਜਗਦਾ, ਮੋਟਰ ਵੀ ਚੱਲਦੀ ਹੈ। ਤੇ ਜੇ ਉਹੀ ਤਾਰਾਂ ਕਿਤੇ ਅੰਦਰੋਂ ਸ਼ਾਰਟ ਹੋ ਜਾਣ ਤੇ ਸਾਹਮਣੇ ਮੋਟਰ ਲੂ ਵੀ ਦਿੰਦੇ ਆ। ਹੁਣ ਮੇਰੇ ਖਿਆਲ ਨਾਲ ਮੈਂ ਤੇ ਇਸ਼ਾਰਾ ਹੀ ਕਰ ਸਕਦਾ ਵੀ ਇਹ ਤਾਰ ਕਿੱਥੋਂ, ਲੋਕ ਕਿਵੇਂ ਦਾ ਕੇਬਲ ਭਾਲਦੇ ਆ ਤੇ ਤਾਰ ਪੈਂਦੀ ਕਿਹੋ ਜਿਹੀ ਆ। ਨਹੀਂ, ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਉਹ ਦੋ ਤਾਰਾਂ ਇੱਕੋ ਥਾਂ ਤੇ ਵੱਖ-ਵੱਖ ਥਾਵਾਂ ਦੇ ਉੱਤੇ ਪਾਉਣ ਤੋਂ ਪਹਿਲਾਂ ਇੱਕ ਬੰਦੇ ਦੀ ਲੋੜ ਹੁੰਦੀ ਹੈ ਜਿਹੜਾ ਤਾਰਾਂ ਨੂੰ ਛਿੱਲਦਾ ਹੈ, ਉਹਨੂੰ ਮੁੜ ਕੇ ਮਰੋੜੀ ਚਾੜਦਾ ਹੈ, ਉਹਦੇ ਮੁੜ ਕੇ ਸ਼ੂ ਲਾਉਂਦਾ ਹੈ, ਜਿਹਦੇ ਨਾਲ ਕਿ ਤਾਰਾਂ ਨੂੰ ਐ ਲੱਗੇ ਹੀ ਨਾ ਕਿ ਅਸੀਂ ਅੱਡੋ ਅੱਡਾਂ। ਉਹਦੇ ਤੋਂ ਬਿਨਾ ਜੇ ਸ਼ੂ ਨਾ ਲਾਈਏ, ਕਈ ਵਾਰੀ ਆਪਣੇ ਨੰਗੀਆਂ ਹੀ ਤਾਰਾਂ ਵਿੱਚ ਫਸਾਉਣ ਦਾ ਰਿਵਾਜ ਹੁੰਦਾ, ਤੇ ਜੇ ਤਾਰ ਭਾਰੀ ਹੋਵੇ ਉਹ ਕਈ ਵਾਰੀ ਇੱਕ ਬਾਹਰ ਨਿਕਲ ਆਉਂਦੀ ਹੈ, ਉਹਨੂੰ ਵਿੱਚ ਪਾਓ, ਦੂਜੀ ਬਾਹਰ ਨਿਕਲ ਆਉਂਦੀ ਹੈ। ਇਸ ਕਰਕੇ ਸ਼ੂ ਲਾ ਲੈਣ ਪਹਿਲਾਂ ਭਾਈ। ਪੰਜਾਬ ਵਾਲਿਆਂ ਨੇ ਆ ਤਾਰਾਂ ਜਿਹੜੀਆਂ ਕਦੀ ਐ ਹੁੰਦੀਆਂ ਤੇ ਕਦੇ ਐ ਹੁੰਦੀਆਂ ਬਹੁਤ ਦੇਖੀਆਂ। ਇੱਕ ਗੱਲ ਕਰ ਜਾ, ਨਹੀਂ ਲੋਕ ਇਦਾਂ ਕਰਨ ਨੂੰ ਫਿਰਦੇ ਆ, ਪਰ ਮੈਨੂੰ ਇਹ ਜਾਪਦਾ ਵੀ ਬੜੇ ਸਿਆਸੀ ਪਾਰਟੀਆਂ ਦੇ ਲੀਡਰ ਨਾ ਪਲਾਸ ਐ ਫੜਿਆ ਪਿਛਲੇ ਪਾਸੇ, ਤਾਰ ਲਾਓ ਸਹੀ, ਮੈਂ ਕੱਟੂ, ਮੈਂ ਪਹਿਲੇ ਖਿੱਚਦਾ। ਹੁਣ ਸੰਧਾਲੀਆ ਸਾਹਿਬ ਆਪਾਂ ਇੱਕ ਗੱਲ ਇਸ ਮੁੱਦੇ ਤੇ ਜਿਹੜੀ ਜ਼ਰੂਰ ਕਰ ਲਈਏ, ਕਰੋ
ਅੱਛਾ, ਬਾਕੀ ਜ਼ਰੂਰੀ ਨਹੀਂ ਸੀ ਮਤਲਬ ਹੁਣ ਤੱਕ ਜਿਹੜੀਆਂ ਕੀਤੀਆਂ? ਬਹੁਤ ਜ਼ਰੂਰੀ ਸੀ, ਇਹ ਜ਼ਰੂਰੀ ਹੈ, ਕੱਲੀਆਂ ਜ਼ਰੂਰੀ ਨੇ। ਹਾਂ ਚਲੋ, ਉਹਦੇ ਵਿੱਚ ਹੁਣ ਇਹ ਹੈ ਕਿ ਕਿਸਾਨ ਜਥੇਬੰਦੀਆਂ, ਖਾਸ ਤੌਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਾਲੇ, ਉਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਦਾ ਐਲਾਨ ਕੀਤਾ ਸੀ। ਇੱਕ ਪਾਸੇ ਅਕਾਲੀ ਦਲ ਧਰਨਾ ਦੇ ਰਿਹਾ ਸੀ, ਆਮ ਆਦਮੀ ਪਾਰਟੀ ਸਰਗਰਮੀ ਕਰ ਰਹੀ ਸੀ, ਦੂਸਰੇ ਪਾਸੇ ਉਗਰਾਹਾਂ ਜਥੇਬੰਦੀ ਵਾਲੇ ਹਰ ਇੱਕ ਡੀਸੀ ਦਫ਼ਤਰ ਦੇ ਮੂਹਰੇ ਬੈਠੇ ਸੀ ਜਾ ਕੇ ਕਿ ਭਾਈ ਆ ਹੋਈ ਕੀ ਜਾਂਦਾ, ਤੁਸੀਂ ਦੱਸੋ ਤਾਂ ਸਹੀ ਕਿ ਪ੍ਰਸ਼ਾਸਨ ਹੈ ਕਿੱਥੇ, ਸਰਕਾਰ ਹੈ ਕਿੱਥੇ। ਉਹਨਾਂ ਨੇ ਵੀ ਆਪਣੇ ਵੱਲੋਂ ਜਿੰਨਾ ਕੁ ਕਰ ਸਕਦੇ ਸੀ ਉਹਨਾਂ ਕੁ ਕੀਤਾ। ਉਹਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕਰ ਦਿੱਤਾ। ਉਹ ਫੈਸਲਾ ਕੀ ਕੀਤਾ? ਉਹ ਕਹਿੰਦੇ ਕਿ 8 ਜੁਲਾਈ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ 2 ਘੰਟੇ ਦੇ ਲਈ ਸਾਰੇ ਦੇਸ਼ ਦੇ ਵਿੱਚ ਬਿਜਲੀ ਦੀਆਂ ਕੀਮਤਾਂ, ਤੇਲ ਦੀਆਂ ਵੱਧਦੀਆਂ ਕੀਮਤਾਂ, ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਦੇ ਮੁੱਦੇ ਤੇ ਅਸੀਂ ਪ੍ਰਦਰਸ਼ਨ ਕਰਨੇ ਆ। ਸੜਕ ਕੋਈ ਨਹੀਂ ਰੋਕਣੀ, ਜਿਹਦੇ ਕੋਲੇ ਕਾਰ ਆ ਕਾਰ ਲੈ ਆਵੇ, ਜਿਹਦੇ ਕੋਲੇ ਸਕੂਟਰ ਆ ਸਕੂਟਰ ਲੈ ਆਵੇ। ਸੜਕਾਂ ਦੇ ਕਿਨਾਰੇ ਤੇ ਖੜੇ ਹੋਵਾਂਗੇ ਤੇ ਖਾਲੀ ਸਿਲੰਡਰ ਕਹਿੰਦੇ ਜ਼ਰੂਰ ਲਿਆਇਓ, ਕਿਤੇ 800 ਦਾ, ਕਿਤੇ 900 ਦਾ, ਕਿਤੇ 975 ਦਾ। ਉਹ ਖਾਲੀ ਸਿਲੰਡਰ ਲਿਆ ਕੇ ਆਪਾਂ ਸਰਕਾਰ ਨੂੰ ਇਹ ਦੱਸਣਾ ਕਿ ਭਾਈ, ਕੇਂਦਰ ਨੂੰ ਇਹ ਦੱਸਣਾ ਕਿ ਆਹ ਦੇਖੋ, ਲੋਕਾਂ ਦੇ ਲਈ ਗੈਸ ਸਿਲੰਡਰ ਦੇ ਨਾਲ ਰੋਟੀ ਪਕਾਉਣੀ ਔਖੀ ਹੋ ਗਈ, ਡੀਜ਼ਲ ਦੇ ਨਾਲ ਖੇਤੀ ਕਰਨੀ ਔਖੀ ਹੋ ਗਈ, ਪੈਟਰੋਲ ਦੇ ਨਾਲ ਕਾਰ ਤੇ ਸਕੂਟਰ ਚਲਾਉਣਾ ਔਖਾ ਹੋ ਗਿਆ। ਸੰਧਾਲੀਆ ਸਾਹਿਬ, ਮੈਨੂੰ ਕਿਸਾਨ ਅੰਦੋਲਨ 2 ਪੈਰ ਅੱਗੇ ਤੁਰਦਾ ਨਜ਼ਰ ਆਉਂਦਾ, ਕਿਉਂਕਿ ਪਹਿਲਾਂ ਕੱਲਾ ਖੇਤੀ ਕਾਨੂੰਨਾਂ ਦੇ ਰੱਦ ਕਰਨ ਤੱਕ ਸੀਮਤ ਸੀ, ਪਰ ਹੁਣ ਰਸੋਈ ਵਾਲੀ ਗੈਸ ਕਿਹਨੂੰ ਨਹੀਂ ਚਾਹੀਦੀ? ਉਹ ਤਾਂ ਉਜਵਲਾ ਯੋਜਨਾ ਵਾਲੇ ਨੂੰ ਵੀ ਚਾਹੀਦੀ ਹੈ। ਉਹ ਤਾਂ ਜਿਹੜਾ ਬੰਦਾ ਖੇਤੀ ਨਹੀਂ ਵੀ ਕਰਦਾ, ਉਹਦੇ ਘਰੋਂ ਜਿਹੜੀਆਂ ਬੀਬੀਆਂ ਰੋਟੀ ਪਾਣੀ ਪਕਾਉਂਦੀਆਂ, ਚਾਹੇ ਕੋਈ ਫੈਕਟਰੀ 'ਚ ਕੰਮ ਕਰਦਾ, ਚਾਹੇ ਕੋਈ ਮੈਨੇਜਰ ਦੀ ਪੋਸਟ ਤੇ ਬੈਂਕ ਦੇ ਵਿੱਚ ਲੱਗਾ, ਤੇ ਚਾਹੇ ਕੋਈ ਬੇਰੁਜ਼ਗਾਰ ਹੈ, ਉਹਨੂੰ ਵੀ ਇਫੈਕਟ ਕਰਦੀ ਹੈ। ਤੇਲ ਦੀਆਂ ਜੇ ਕੀਮਤਾਂ ਵੱਧ ਰਹੀਆਂ, ਜਿਹੜਾ ਬੰਦਾ ਨੌਕਰੀ ਤੇ ਜਾਂਦਾ ਸਕੂਟਰ 'ਚ ਤੇਲ ਪਵਾਉਂਦਾ, ਉਹ ਵੀ ਕਹਿੰਦਾ ਯਾਰ ਗੱਲ ਤਾਂ ਮੇਰੀ ਹੈ। ਸੋ ਕਿਸਾਨ ਅੰਦੋਲਨ ਖੇਤੀ ਕਾਨੂੰਨਾਂ ਤੋਂ ਅੱਗੇ ਵੱਧ ਕੇ ਜਿਸ ਤਰੀਕੇ ਆਮ ਲੋਕਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈਣ ਨੂੰ ਕਾਹਲਾ ਤੇ 8 ਤਰੀਕ ਰੱਖ ਦਿੱਤੀ ਹੈ, ਉਹਦੇ ਨਾਲ ਕਿਤੇ ਨਾ ਕਿਤੇ ਲੱਗਦਾ ਕਿ ਕੰਮ ਦੂਸਰੇ ਪਾਸੇ ਜਾਊਗਾ। ਨਹੀਂ ਜਾਊਗਾ। ਦੇਖੋ, ਗੱਲ ਇਹ ਆ ਵੀ ਕਿਸਾਨ ਜੇ ਅੱਗੇ ਨੇ ਨਾ, ਤੇ ਸਰਕਾਰ ਉਹਨਾਂ ਤੋਂ ਵੀ ਅੱਗੇ ਆ। ਇਹ ਤਾਂ ਜੀ ਜੁਲਾਈ ਦਾ ਪ੍ਰੋਗਰਾਮ ਦਿੰਦੇ ਫਿਰਦੇ ਆ, ਪਰ ਕਹਿੰਦੇ ਆ ਕਿ ਵੀ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਨੇ ਜਿਹੜੇ ਦੇਸ਼ ਦੇ, ਅਮਿਤ ਸ਼ਾਹ ਜੀ, ਉਹਨਾਂ ਨੇ ਕਹਿੰਦੇ ਚਿੱਠੀਆਂ ਪਵਾਤੀਆਂ ਡੀਸੀ ਦਫ਼ਤਰਾਂ ਤੱਕ ਸਾਰੇ, ਕਹਿੰਦੇ ਨਿਗਾਹ ਰੱਖਿਓ 15 ਅਗਸਤ ਤੱਕ ਦੇ ਪ੍ਰੋਗਰਾਮ ਦੇ ਲਈ। ਐਂਡ ਉਹਦੇ ਵਿੱਚ ਖਾਸ ਕਰਕੇ ਕਿਸਾਨ ਅੰਦੋਲਨ ਤੇ ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਦੀਆਂ ਗਤੀਵਿਧੀਆਂ ਦੇ ਉੱਪਰ ਨਿਗਾਹ ਰੱਖਣ ਦੀ ਗੱਲ ਹੈ। ਹੁਣ ਗੱਲ ਇਹ ਆ ਵੀ ਇਹਦਾ ਮਤਲਬ ਇਹ ਹੋਗਾ ਵੀ 15 ਅਗਸਤ ਤੱਕ ਤਾਂ ਸਰਕਾਰ ਮੰਨੀ ਖੜੀ ਵੀ ਆਪਾਂ ਕੁਝ ਨਹੀਂ ਕਰਨਾ, ਸਵਾ ਮਹੀਨਾ ਹੈ ਨਾ। ਵੀ ਇਸ ਚਿੱਠੀ ਤੋਂ ਇੱਕ ਗੱਲ ਤੇ ਕਲੀਅਰ ਹੋ ਗਈ ਵੀ ਜਿਹੜਾ ਤੋਮਰ ਸਾਹਿਬ ਜਾਂ ਹੋਰ ਕੋਈ ਬੰਦਾ ਇੱਧਰੋਂ ਉੱਧਰੋਂ ਬਿਆਨ ਦਿੰਦਾ, ਨਹੀਂ ਆਪਾਂ ਗੱਲ ਕਰ ਲੈਣੀ, ਆਪਾਂ ਤਾਂ ਤਿਆਰ ਹਾਂ, ਬਸ ਟਾਈ ਲਾਉਣੀ ਹੈ, ਉਹ ਕੰਮ ਕਿਤੇ ਨਹੀਂ ਹੈਗਾ। ਪਰ ਦੂਜੀ ਚੀਜ਼ ਇਹ ਦੇਖੋ ਵੀ ਇਹ ਸੋਚਿਆ ਜਾ ਸਕਦਾ ਵੀ 15 ਅਗਸਤ ਦੇਸ਼ ਦਾ ਆਜ਼ਾਦੀ ਦਿਹਾੜਾ, ਯਾਰ ਉਦੋਂ ਕੁਝ ਹੋ ਨਾ ਜਾਵੇ, ਕੁਝ ਕੀਤਾ ਨਾ ਜਾਵੇ, ਤੁਸੀਂ ਨਿਗਾਹ ਰੱਖਿਓ। ਪਰ ਜੇ ਉਹੀ ਉਹਦੇ 'ਚੋਂ ਅੱਧਾ ਦਿਮਾਗ ਇਸ ਚੀਜ਼ 'ਤੇ ਲਾ ਲਿਆ, ਯਾਰ ਬੰਦਿਆਂ ਨੂੰ ਪੌਣਾ ਸਾਲ ਹੋ ਗਏ ਇੱਥੇ ਬੈਠੇ ਨੇ, ਉਹਨਾਂ ਦਾ ਕੁਝ ਸੋਚ ਲਈਏ, ਇੱਦਾਂ ਕਿਉਂ ਨਹੀਂ ਪਤਾ? ਸੰਧਾਲੀਆ ਸਾਹਿਬ, ਲੈ ਸੋਚਦੇ ਕਿੱਦਾਂ ਨਹੀਂ। ਪਹਿਲਾਂ ਖੱਟਰ ਸਾਹਿਬ ਦਾ ਬਿਆਨ ਆਇਆ, ਫਿਰ ਉਹਦੇ ਤੋਂ ਬਾਅਦ ਤੋਮਰ ਸਾਹਿਬ ਦਾ ਆਇਆ, ਤੇ ਹੁਣ ਪਿਊਸ਼ ਗੋਇਲ ਸਾਹਿਬ ਦਾ ਬਿਆਨ ਆ ਗਿਆ। ਉਹ ਤੀਸਰੇ ਮੰਤਰੀ ਹੁੰਦੇ ਆ ਜਿਹੜੇ ਕਿਸਾਨਾਂ ਦੇ ਨਾਲ ਗੱਲਬਾਤ ਦੇ ਵਿੱਚ ਬਹਿੰਦੇ ਆ। ਉਹਨਾਂ ਪਤਾ ਕਿਹਾ, ਕਹਿੰਦੇ ਕਾਨੂੰਨ ਬਹੁਤ ਵਧੀਆ, ਬਹੁਤ ਵੱਡੀ ਤਬਦੀਲੀ ਲਿਆਉਣਗੇ, ਕਿਸਾਨਾਂ ਦੇ ਘਰਾਂ ਦੀ ਵਿੱਤੀ ਤੌਰ ਤੇ ਕਾਇਆ ਕਲਪ ਕਰ ਦੇਣਗੇ, ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਘਰਾਂ ਨੂੰ ਮੁੜ ਜਾਓ, ਅੰਦੋਲਨ ਖਤਮ ਕਰ ਦਿਓ, ਇੱਕ ਵਾਰੀ ਕਾਨੂੰਨ ਲਾਗੂ ਹੋ ਲੈਣ ਦਿਓ, ਤੁਸੀਂ ਦੇਖਿਓ ਕਿ ਵਾਰੇ ਨਿਆਰੇ ਹੁੰਦੇ ਕਿੱਦਾਂ। 1 ਮੁੱਖ ਮੰਤਰੀ ਤੇ 2 ਕੇਂਦਰੀ ਮੰਤਰੀਆਂ ਦੇ 4 ਦਿਨਾਂ ਦੇ ਵਿੱਚ ਬਿਆਨ ਆ ਗਿਆ ਕਿ ਕਾਨੂੰਨ ਰੱਦ ਨਹੀਂ ਹੋਣੇ। ਇਹ ਵੀ ਕਹਿ ਦਿੱਤਾ ਗਿਆ ਕਿ ਭਾਈ ਘਰਾਂ ਨੂੰ ਮੁੜ ਜਾਓ। ਖੱਟਰ ਸਾਹਿਬ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਭਾਈ ਕਿਸਾਨ ਸ਼ਬਦ ਜਿਹੜਾ ਹੈ ਉਹਨੂੰ ਬਦਨਾਮ ਕਰਨ ਦੇ ਉੱਤੇ ਲੱਗੇ ਆ। ਪਰ ਨਾਲ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਗਾਜ਼ੀਪੁਰ ਵਾਲੇ ਬਾਰਡਰ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਕਿਸਾਨਾਂ ਦੇ ਵਿਚਾਲੇ ਝੜਪ ਹੋਈ ਸੀ, ਜਿਹਦੇ ਤੋਂ ਬਾਅਦ 200 ਕਿਸਾਨਾਂ ਦੇ ਉੱਤੇ ਪਰਚਾ ਹੋਇਆ ਸੀ, ਕਿਸਾਨਾਂ ਦੇ ਬਿਆਨਾਂ ਦੇ ਉੱਤੇ ਭਾਜਪਾ ਦੇ ਕੁਝ ਅਣਪਛਾਤੇ ਬੰਦਿਆਂ ਤੇ ਵੀ ਪਰਚਾ ਹੋਇਆ ਸੀ। ਹੁਣ ਉਹ ਦੇਖੋ, ਵੈਸੇ ਤਾਂ ਆਪਾਂ ਉਸ ਗੱਲ ਦੇ ਵਿੱਚ ਯਕੀਨ ਨਹੀਂ ਰੱਖਦੇ, ਪਰ ਕਿਉਂਕਿ ਗੱਲ ਕਲੀਅਰ ਕਰਨੀ ਪਊ, ਸਾਡਾ ਮਾਣਯੋਗ ਜਿਹੜਾ ਵਾਲਮੀਕ ਭਾਈਚਾਰਾ ਹੈ ਉਹਦੇ ਨਾਲ ਸੰਬੰਧਿਤ ਲੀਡਰ ਸਾਹਿਬ ਸੀ ਉਹ, ਜਿਨ੍ਹਾਂ ਦਾ ਸਵਾਗਤ ਕਰਨਾ ਸੀ ਤਾਂ ਰੌਲਾ ਪਿਆ। ਫਿਰ ਉਸ ਗੱਲ ਨੂੰ ਹੁਣ ਰਾਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜਿੱਦਾਂ ਕਿਸਾਨਾਂ ਦਾ ਤੇ ਇਸ ਭਾਈਚਾਰੇ ਦਾ ਆਪਸ ਝਗੜਾ ਹੋ ਗਿਆ। ਪਰ ਉਹ ਕਹਿੰਦੇ ਕਿ ਆ ਦੇਖੋ, ਇੰਨੀਆਂ ਇਸ ਭਾਈਚਾਰੇ ਦੀਆਂ ਜਥੇਬੰਦੀਆਂ ਸਾਡੇ ਕੋਲ ਆਈਆਂ, ਕਿਸਾਨ ਮੋਰਚੇ 'ਚ ਆਈਆਂ, ਤੇ ਗਾਜ਼ੀਪੁਰ ਵਾਲੀ ਜਿਹੜੀ ਕਿਸਾਨਾਂ ਦੀ ਸਟੇਜ ਹੈ ਉਹ 5 ਜੁਲਾਈ ਨੂੰ, ਜਾਨੀ 2 ਦਿਨ ਬਾਅਦ ਉਸ ਭਾਈਚਾਰੇ ਦੇ ਕੋਲ ਰਹੂਗੀ। ਉਹੀ ਮੰਚ ਸੰਚਾਲਨ ਕਰਨਗੇ, ਉਹੀ ਉੱਥੋਂ ਭਾਸ਼ਣ ਦੇਣਗੇ, ਤੇ ਉਸ ਦਿਨ ਵਾਲਮੀਕ ਭਾਈਚਾਰੇ ਦੀ ਮਹਾ ਪੰਚਾਇਤ ਗਾਜ਼ੀਪੁਰ ਵਾਲੇ ਕਿਸਾਨਾਂ ਦੇ ਅੰਦੋਲਨ 'ਚ ਸੱਦੀ ਗਈ ਹੈ। ਮਤਲਬ ਇੱਕ ਦਿਨ ਬਾਅਦ ਗਿਆ, ਜੇ ਆਪਾਂ ਕੱਲ ਜ਼ਿਕਰ ਕੀਤਾ ਸੀ ਵਾਲਮੀਕ ਭਾਈਚਾਰੇ ਨੇ ਸਪੋਰਟ ਕਰਤੀ, ਮਤਲਬ ਜਿਹੜੇ ਵੀ ਉਹ ਬੰਦਾ ਸੀ ਆਇਆ, ਉਹ ਕਹਿੰਦਾ ਵੀ ਨਹੀਂ ਦੇਖੋ ਸਾਡੇ ਨਾਲ ਧੱਕਾ ਕੀਤਾ। ਇਹਦਾ ਮਤਲਬ ਇਹ ਹੋ ਗਿਆ
ਕਿ ਵੀ ਇਸ ਤੋਂ ਪਹਿਲਾਂ ਜਿਸ ਵੀ ਤਰੀਕੇ ਨਾਲ ਇਸ ਸਾਰੇ ਅੰਦੋਲਨ ਨੂੰ ਕਦੀ ਜਾਤ ਦੇ ਨਾਂ ਨਾਲ, ਕਦੀ ਧਰਮ ਦੇ ਨਾਂ ਨਾਲ, ਕਦੀ ਖੇਤਰ ਦੇ ਨਾਂ ਨਾਲ, ਕਦੀ ਸਟੇਟ ਦੇ ਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਉਹਦੇ ਤੋਂ ਜਮਾਂ ਉਲਟਾ ਰਿਐਕਸ਼ਨ ਹੁੰਦਾ। ਹੁਣ ਜੇ ਅਜੇ ਵੀ ਮੁੱਖ ਸਲਾਹਕਾਰ, ਉਦੋਂ ਛੋਟੇ ਵਾਲੇ ਸਲਾਹਕਾਰ, ਉਦੋਂ ਥੱਲੇ ਵਾਲੇ ਸਲਾਹਕਾਰ, ਕੋਈ ਮਾੜੇ ਮੋਟੇ ਸਲਾਹਕਾਰ ਵੀ ਜੇ ਸਲਾਹ ਨਹੀਂ ਦਿੰਦੇ ਵੀ ਮਹਾਰਾਜ ਬਹਿ ਕੇ ਕੋਈ ਗੱਲ ਨਿਬੇੜ ਲਈਏ, ਤੇ ਮੈਨੂੰ ਸਮਝੋ ਬਾਹਰ ਆ ਵੀ ਇੱਦਾਂ ਕਿਉਂ ਆ। ਨਹੀਂ, ਮੈਨੂੰ ਦੇਖਣਾ ਪਊਗਾ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਉੱਤਰਾਖੰਡ ਦੇ ਮੁੱਖ ਮੰਤਰੀ ਰਾਵਤ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਨੇ, ਅਸਤੀਫਾ ਦੇ ਦਿੱਤਾ। ਮੇਰਾ ਖਿਆਲ ਆ ਕਿ 125 ਦਿਨ ਵੀ ਨਹੀਂ ਕੱਟਿਆ, 115 ਕੁ ਦਿਨ ਮੇਰੇ ਖਿਆਲ ਉਹ ਮੁੱਖ ਮੰਤਰੀ ਰਹੇ। ਹੁਣ ਨਵਾਂ ਮੁੱਖ ਮੰਤਰੀ ਬਣਾਉਣਾ ਹੈ। 20 ਮੁੱਖ ਮੰਤਰੀ ਬਦਲੇ ਜਾ ਚੁੱਕੇ ਆ ਤੇ ਸਾਲ ਅਜੇ 20 ਤੋਂ ਘੱਟ ਹੋਏ ਨੇ। ਹੁਣ ਜਦੋਂ 20 ਮੁੱਖ ਮੰਤਰੀ ਉਸ ਸੂਬੇ 'ਚ ਬਦਲੇ ਜਾ ਚੁੱਕੇ, ਇਲੈਕਸ਼ਨ ਉੱਥੇ ਸਿਰ ਤੇ ਹੈ, ਮੁੱਖ ਮੰਤਰੀ ਤਬਦੀਲ ਕਰਨਾ ਪੈ ਰਿਹਾ। ਯੋਗੀ ਆਦਿੱਤਿਆਨਾਥ ਹੋਰਾਂ ਦਾ ਆਪਣੇ ਹੀ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਨਾਲ ਪੰਗਾ ਪਿਆ ਰਿਹਾ। ਉੱਤਰ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਸਿਰ ਤੇ ਹੈ, ਉੱਥੇ ਬੰਦਿਆਂ ਨੂੰ ਗੰਢਣ ਦੀਆਂ, ਨਾਲ ਜੋੜੀ ਰੱਖਣ ਦੀਆਂ ਕੋਸ਼ਿਸ਼ਾਂ ਨੇ। ਇੱਕ ਹੀ ਕੰਮ ਕਰ ਲਵੇ ਨਾ ਭਾਰਤੀ ਜਨਤਾ ਪਾਰਟੀ, ਇੱਕ ਉਹ ਕਿਸਾਨ ਮੁੱਦਿਆਂ ਤੇ ਬਹੁਤ ਹਲੀਮੀ ਦੇ ਨਾਲ ਵਿਚਾਰ, ਅਸੀਂ ਨਹੀਂ ਕਾਨੂੰਨ ਰੱਦ ਕਰਨੇ, ਕਿਸਾਨਾਂ ਨੂੰ ਭਰੋਸੇ 'ਚ ਲੈ ਲਓ, ਉਹਨਾਂ ਦੇ ਤੌਖਲੇ ਦੂਰ ਕਰ ਦਿਓ, ਜਾਣੀ ਉਹਨਾਂ ਦੀ ਸੰਤੁਸ਼ਟੀ ਕਰਾ ਦਿਓ। ਜੇ ਉਹਨਾਂ ਦੀ ਸੰਤੁਸ਼ਟੀ ਹੋ ਜੂ, ਕਿਸਾਨ ਖੁਸ਼ ਹੋ ਜਾਣਗੇ, ਯੂਪੀ 'ਚ ਵੀ ਕੋਈ ਮੁਸ਼ਕਲ ਨਹੀਂ ਆਉਣੀ, ਉੱਤਰਾਖੰਡ 'ਚ ਵੀ ਮੁਸ਼ਕਲ ਨਹੀਂ ਆਉਣੀ, ਪੰਜਾਬ 'ਚ ਪੈਰ ਲੱਗ ਜਾਣਗੇ। ਨਹੀਂ, ਨਾਲੇ ਮੈਂ ਇੱਕ ਗੱਲ ਸੋਚਦਾ ਸੀ ਵੀ 2 ਸਾਲਾਂ 'ਚ ਕਹਿੰਦੇ ਨੇ ਆਮਦਨ ਦੁੱਗਣੀ ਹੋਣੀ ਜਦੋਂ ਇਹ ਆਰਡੀਨੈਂਸ ਲੈਣ ਦੇ। ਹੁਣ ਉਹ ਆਰਡੀਨੈਂਸ ਆਇਆ ਨੂੰ 1 ਸਾਲ ਤੋਂ ਉੱਪਰ ਹੋ ਗਿਆ, 1 ਸਾਲ ਤੇ 1 ਮਹੀਨਾ ਅਪਰੋਕਸੀਮੇਟਲੀ ਹੋ ਗਿਆ। ਹੁਣ ਜੇ ਦੁੱਗਣੀ ਹੋਣੀ ਨਹੀਂ ਸੀ ਤਾਂ ਡੂਢੀ ਕਿਤੇ ਹੋ ਹੀ ਜਾਣੀ ਚਾਹੀਦੀ ਸੀ। ਮਤਲਬ ਜੇ ਕਿਸੇ ਦੀ ਹੋ ਗਈ ਹੋਵੇ ਤਾਂ ਮੈਂ ਕਿਹਾ ਉਹ ਟਿੱਪਣੀ ਜ਼ਰੂਰ ਕਰ ਦਿਓ ਵੀ ਯਾਰ ਹੁਣ ਤਾਂ ਨਹੀਂ, ਇਹ ਤੁਸੀਂ ਲੀਡਰ ਹੋ ਕੇ ਆ ਬਿਆਨ ਦਿਓ। ਮੈਨੂੰ ਆਸ ਨਹੀਂ ਸੀ, ਤੁਸੀਂ ਆਸਾਂ ਤੇ ਖਰੇ ਨਹੀਂ ਉਤਰੇ। ਤੁਸੀਂ ਤਾਂ ਉਹ ਜਿਹੜਾ ਦਰਿਆ ਦੇ ਵਿੱਚ ਕੱਚਾ ਘੜਾ ਸੀ ਉਹਦੇ ਵਾਂਗੂ ਖੁਰਦੇ ਜਾਂਦੇ ਹੋ। ਮੈਨੂੰ ਤੁਹਾਡੀਆਂ ਇਹਨਾਂ ਗੱਲਾਂ ਤੋਂ ਐਂ ਲੱਗਦਾ ਕਿ ਜੋ ਮੈਂ ਸਿਖਾਇਆ ਤੁਸੀਂ ਠੀਕ ਨਹੀਂ ਸਿੱਖਿਆ। ਮੈਂ ਹੀ ਤੁਹਾਡੇ ਕੋਲੋਂ ਸਿੱਖਣਾ ਵੀ, ਤੁਸੀਂ ਤਾਂ ਐਵੇਂ ਲੋਕਾਂ ਨੂੰ ਸਾਡੇ ਮਗਰ ਪਾਉਣੇ। ਨਹੀਂ, ਮੈਂ ਅਸੀਂ ਮਹਾਂ ਸੈੱਟ ਕੀਤੇ। ਅਸੀਂ ਤਾਂ ਇਹ ਕਹਿੰਦੇ ਆ ਕਿ ਭਾਈ ਸਤਿਕਾਰਯੋਗ ਢੰਗ ਦੇ ਨਾਲ ਹੱਥ ਜੋੜ ਕੇ ਸਵਾਲ ਪੁੱਛਣ। ਹੁਣ ਉੱਥੇ ਹੋਇਆ ਕੀ ਹੈ? ਤੁਸੀਂ ਕਹਿੰਦੇ ਹੋ ਨਾ ਕਿ ਹੌਲੀ ਹੌਲੀ, ਇਦਾਂ ਨਹੀਂ ਹੁੰਦੀ ਮਹਾਰਾਜ। ਤੁਸੀਂ ਸਾਡਾ 4.5 ਸਾਲ ਤਾਂ ਚੁੱਪ ਰਹਿੰਦੇ ਹੋ, ਆਖਰੀ 6 ਮਹੀਨਿਆਂ 'ਚ ਗਰੰਟਾਂ ਦਿੰਦੇ ਹੋ ਨਾ। ਤੁਸੀਂ ਕਹਿੰਦੇ ਹੋ ਕਿ ਇੰਨਾ ਸਮਾਂ ਹੋ ਗਿਆ, ਅਜੇ ਤੁਸੀਂ ਹੋ ਲੈਣ ਦਿਓ। 2 ਸਾਲ ਕਿਹਾ ਤੇ ਆਖਰੀ 3 ਮਹੀਨਿਆਂ ਦੇ ਵਿੱਚ ਆਮਦਨ ਅਗਲੇ ਦੁੱਗਣੀ ਕਰ ਦੇਣਗੇ, ਲਾ ਦੇਣਗੇ ਕੋਈ ਇਦਾਂ ਦਾ ਟੀਕਾ। ਚਲੋ ਇਹ ਤਾਂ ਸਮਾਂ ਦੱਸੂ, ਪਰ ਮੈਂ ਨਾ ਵੀ ਲਾ ਦੇਣ ਤੇ ਚੰਗੀ ਗੱਲ ਆ, ਕਿਉਂਕਿ ਕਈਆਂ ਦਾ ਲੱਗਾ ਝੋਨਾ ਪੁੱਟਿਆ ਗਿਆ ਯਾਰ ਕੱਲ ਦਾ। ਉਹ ਬਹੁਤ ਮੈਨੂੰ ਲੱਗਦਾ ਵੀ ਕੰਮ ਭੱਖ ਜਾਣਾ ਆਪਣੇ ਰਜੀਸੋਂ ਕਰੇ ਵਾਲੇ ਲੋਣੀ, ਧਨੌਲੇ ਵਾਲੇ। ਦੇਖੋ ਵੈਸੇ ਉਹ ਰਾਜਪੁਰੇ ਵਾਲੇ ਵੱਜਦੇ ਸੀ, ਅੱਜ ਕੱਲ੍ਹ ਧਨੌਲੇ ਵਾਲੇ ਵੱਜਦੇ ਨਹੀਂ ਹੈ। ਦੇਖੋ ਰਾਜਪੁਰੇ ਤਾਂ ਇਲੈਕਸ਼ਨ ਲੜੀ ਸੀ ਨਾ ਉਹਨਾਂ ਨੇ। ਹੁਣ ਰਾਜਪੁਰਿਓਂ ਦੇਖੋ ਭਾਰਤੀ ਜਨਤਾ ਪਾਰਟੀ ਦਾ 2 ਵਾਰੀ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਇਹਦੇ ਤੋਂ ਬਿਨਾਂ ਹੁਣ ਦੇਖੋ ਜਿਹੜੇ ਗਰੇਵਾਲ ਸਾਹਿਬ ਨੇ, ਉਹਨਾਂ ਤੋਂ ਕਿਸਾਨ ਕਹਿੰਦੇ ਤੁਸੀਂ ਸਾਡੇ ਖਿਲਾਫ ਬੋਲੇ ਬਹੁਤ ਹੋ। ਉਹ ਬੰਦਾ ਤਾਂ ਅਜੇ ਨਹੀਂ ਚੁੱਪ ਕੀਤਾ, ਉਹ ਕਹਿੰਦਾ ਮੈਂ ਜਾਊਂ ਆਪਣੀ ਪੈਲੀ ਤੇ ਇੱਦਾਂ ਪਰਚਾ ਕਰਾਉਣਾ ਹੀ। ਕਿਹਦੀ ਜ਼ਰੂਰਤ ਹੈ ਕਹਿੰਦੇ ਵੀ ਲੱਗਾ ਮਤਲਬ ਉੱਥੇ ਮੇਰਾ ਝੋਨਾ ਪੁੱਟ ਦੇਵੇ। ਦੇਖੋ ਵੈਸੇ ਤਾਂ ਜਦੋਂ ਨਾ ਉਹ ਝੋਨਾ ਪੁੱਟਿਆ ਜਾ ਰਿਹਾ ਸੀ, ਬਹੁਤ ਸਾਰੇ ਲੋਕਾਂ ਨਾਲ ਐ ਨਾ ਕਰੋ ਯਾਰ, ਉਹ ਬੰਦੇ ਨੇ ਠੇਕੇ ਤੇ ਜ਼ਮੀਨ ਲਈ ਹੈ, ਉਹਦਾ ਕੀ ਕਸੂਰ ਹੈ। ਪਰ ਕਿਸਾਨ ਜਥੇਬੰਦੀਆਂ ਨੇ ਪੁੱਛਿਆ ਯਾਰ ਕਿਉਂ ਪੱਟਿਆ ਝੋਨਾ ਤੁਸੀਂ? ਇਦਾਂ ਤਾਂ ਨਾ ਕਰਦੇ ਤੁਸੀਂ ਟਰੈਕਟਰ, ਫਿਰ ਤਾਂ ਬੀਬੀਆਂ ਵੀ ਬਹੁਤ ਗਈਆਂ। ਤੁਸੀਂ ਦੇਖੋ ਕਿ ਚੁੱਪ ਕਰਕੇ ਸਰਜੀਕਲ ਸਟ੍ਰਾਈਕ ਕੀਤੀ ਪਹਿਲਾਂ ਤਾਂ ਜਥੇਬੰਦੀਆਂ ਨੇ। ਸਰਜੀਕਲ ਸਟ੍ਰਾਈਕ ਕਿੱਦਾਂ ਕਿ ਚੁੱਪ ਕਰ ਗਿਆ, ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ, ਜਾ ਕੇ ਟਰੈਕਟਰ ਫੇਰ ਕੇ ਝੋਨਾ ਪੱਟ ਦਿੱਤਾ। ਤੇ ਜਦੋਂ ਤੱਕ ਪਤਾ ਲੱਗਾ ਪੁਲਿਸ ਆਈ, ਉਦੋਂ ਤੱਕ ਉਸ ਰਾਹ ਤੇ ਧਰਨਾ ਲਾ ਕੇ ਬੈਠੇ ਪੱਟ ਕੇ ਝੋਨਾ। ਹੁਣ ਗਰੇਵਾਲ ਸਾਹਿਬ ਕਹਿੰਦੇ ਮੈਂ ਪਰਚਾ ਦਰਜ ਕਰਾਊਂਗਾ। ਦੇਖੋ ਕਿਸੇ ਦੀ ਜ਼ਮੀਨ ਦੇ ਵਿੱਚ ਵੜਨਾ ਅਗਲਾ ਪਰਚਾ ਦਰਜ ਕਰਾ ਸਕਦਾ, ਜਮਹੂਰੀ ਹੱਕ ਹੈ। ਕਿਸਾਨਾਂ ਨੂੰ ਪੁੱਛਿਆ ਕਿ ਤੁਸੀਂ ਇਦਾਂ ਕਿਉਂ ਕੀਤਾ, ਵੀ ਉਹਦਾ ਕੀ ਕਸੂਰ ਸੀ? ਉਹ ਮੂਹਰੇ ਪਤਾ ਕਹਿੰਦੇ, ਉਹ ਕਹਿੰਦੇ ਨਹੀਂ ਦੇਖੋ ਅਸੀਂ ਤਾਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਕੋਈ ਗਰੇਵਾਲ ਸਾਹਿਬ ਦੀ ਜ਼ਮੀਨ ਠੇਕੇ ਤੇ ਨਾ ਲਵੇ। ਇਹਨਾਂ ਨੇ ਕਿਸਾਨਾਂ ਦੇ ਖਿਲਾਫ ਬਹੁਤ ਬੋਲਿਆ, ਮਾਫੀ ਮੰਗਣ, ਕਿਸਾਨਾਂ ਦੇ ਨਾਲ ਤੁਰਨ। ਕਹਿੰਦੇ ਇਹਦੇ ਬਾਵਜੂਦ ਵੀ ਉਹਨਾਂ ਨੇ ਜ਼ਮੀਨ ਠੇਕੇ ਤੇ ਲੈ ਲਈ। ਜਿਹੜੇ ਬੰਦੇ ਨੇ ਠੇਕੇ ਤੇ ਲਈ ਉਹਦੇ ਘਰ ਦੇ ਮੂਹਰੇ ਵੀ ਧਰਨਾ ਦੇ ਦਿੱਤਾ। ਸੋ ਕੁੱਲ ਮਿਲਾ ਕੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਦੇਖੋ ਜ਼ਮੀਨ ਪੰਜਾਬ ਦੀ ਹੈ, ਪੰਜਾਬ ਦੀ ਜ਼ਮੀਨ ਦੇ ਵਿੱਚ ਇਦਾਂ ਦੀ ਕਦੇ ਨੌਬਤ ਹੀ ਨਾ ਆਵੇ। ਆ ਜਿਹੜੇ ਕਿਸਾਨ ਆਣ ਕੇ ਉੱਥੇ ਝੋਨਾ ਹੁਣ ਪੱਟ ਕੇ ਸੁੱਟਦੇ ਆ, ਤੇ ਗਰੇਵਾਲ ਸਾਹਿਬ ਕਹਿੰਦੇ ਮੈਂ ਪਰਚਾ ਕਰਾਉਣਾ। ਵੇਲ ਕਿੱਥੇ ਹੁੰਦੀ ਹੈ ਇਹਨਾਂ ਮਹੀਨਿਆਂ ਦੇ ਵਿੱਚ? ਸਿਰ ਖੁਰਕਣ ਦੀ ਵੇਲ ਨਹੀਂ ਹੁੰਦੀ। ਤੇ ਜੇ ਇਦਾਂ ਦਾ ਮਾਹੌਲ ਬਣਦਾ ਤੇ ਇੱਕ ਸੋਚਣਾ ਵਿਚਾਰਨਾ ਜ਼ਰੂਰ ਬਣਦਾ ਕਿ ਭਾਈ ਆਪਾਂ ਇੱਥੇ ਤੱਕ ਕੱਪੜ ਕਿਉਂ ਗਏ। ਅੱਛਾ, ਇੱਕ ਆਪਾਂ ਜ਼ਿਕਰ ਕਰ ਲਈਏ ਕਿ ਵੀ ਬਰਗਾੜੀ ਵਾਲਾ ਮੋਰਚਾ ਪਿਛਲੇ ਦਿਨੀ ਲਾਉਣ ਦੇ ਲਈ ਗਿਆ ਸੀ ਮਾਨ ਅਕਾਲੀ ਦਲ ਨਾਲ, ਕੁਝ ਹੋਰ ਬੰਦੇ ਵੀ ਸੀਗੇ। ਉਦੋਂ ਤਾਂ ਕਹਿੰਦੇ ਪੁਲਿਸ ਨੇ ਚੱਕ ਲਿਆ। ਹੁਣ ਜੇ ਮੈਂ ਗਲਤ ਨਹੀਂ ਤਾਂ ਉਹ ਕਹਿੰਦੇ ਵੀ 4 ਤੋਂ ਫਿਰ ਬਹਿ ਜਾਣਾ ਆਪਾਂ ਦਾ ਭਾਈ ਸਾਹਿਬ ਲਾਵਾਂਗੇ। ਇੱਦਾਂ ਕਿੱਦਾਂ? ਸੰਧਾਲੀਆ ਸਾਹਿਬ ਬੜੀ ਅਜੀਬ ਸਥਿਤੀ ਹੈ, ਕਿਉਂਕਿ ਬਰਗਾੜੀ ਵਾਲਾ ਮੋਰਚਾ ਕਾਹਦੇ ਲਈ ਹੈ? ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦਾ ਇਨਸਾਫ ਲੈਣਾ, ਕੋਟਕਪੂਰਾ ਕਾਂਡ, ਬਹਿਬਲ ਕਲਾ ਕਾਂਡ, ਸਾਰਾ ਕੁਝ ਨਾਲ ਜੁੜਦਾ। ਹੁਣ ਇੱਕ ਪਾਸੇ ਤਾਂ ਕੋਟਕਪੂਰੇ ਵਾਲੇ ਮਸਲੇ ਦੇ ਉੱਤੇ SIT ਦੀ ਰਿਪੋਰਟ ਰੱਦ ਹੋ ਗਈ ਸੀ, ਨਵੀਂ SIT ਬਣ ਗਈ। ਉਹਨਾਂ ਨੇ ਭਾਈ ਪੰਥਪ੍ਰੀਤ ਸਿੰਘ ਹੋਰਾਂ ਨੂੰ ਸੱਦਿਆ ਸੀ, ਉਹਨਾਂ ਦੇ ਬਿਆਨ ਲਏ। ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਹੋ ਸਕਦਾ ਕਿ ਉਹਨਾਂ ਦੇ ਅਸਥਾਨ ਦੇ ਉੱਤੇ ਜਾ ਕੇ ਬਿਆਨ ਲੈ ਲੈਣ। ਜੋ ਆ ਜਾਣ ਉਹ ਇੱਕ ਵੱਖਰੀ ਗੱਲ ਹੈ, ਕਹਿੰਦੇ ਆ ਵੀ ਜਾਣਾ ਉੱਥੇ ਚਲੋ ਬਿਆਨ ਹੋਣੇ ਚਾਹੀਦੇ ਆ, ਜਿੱਥੋਂ ਮਰਜ਼ੀ ਲੈ ਲੈਣ ਜਾ ਕੇ। ਇਹਦੇ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਚਿੱਠੀ ਲਿਖਤੀ SIT ਨੇ ਕਿ ਤੁਸੀਂ ਜੇ ਆਪਣੇ ਵਿਧਾਇਕਾਂ ਨੂੰ ਕਹਿ ਦਿਓ ਕਿ ਅਸੀਂ ਜਿਹੜੀ ਜਾਣਕਾਰੀ ਲੈਣੀ ਆ ਸਾਨੂੰ ਦੇ ਦੇਣ, ਸਾਡੇ ਕੋਲ ਸਮਾਂ ਨਹੀਂ।
ਬਹੁਤ ਤੇਜ਼ ਗਤੀ ਨਾਲ ਕੰਮ ਹੋ ਰਿਹਾ। ਪਰ ਦੂਸਰੇ ਪਾਸੇ ਐਲਾਨ ਕੀਤਾ ਗਿਆ ਸੀ ਕਿ 1 ਜੁਲਾਈ ਤੋਂ ਮੋਰਚਾ ਲੱਗੂ। ਭਾਈ ਧਿਆਨ ਸਿੰਘ ਮੰਡ ਹੋਰਾਂ ਨੇ ਜਾਣਾ ਸੀ, ਭਾਈ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਜਾਣਾ ਸੀ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਾਣਾ ਸੀ, ਪਰ ਸਿਮਰਨਜੀਤ ਸਿੰਘ ਮਾਨ ਤੇ ਜਸਕਰਨ ਸਿੰਘ ਕਾਹਨਵਾਲਾ ਤੇ ਹੋਰ ਆਗੂ ਗਏ। ਤੇ ਜਦੋਂ ਜਾ ਕੇ ਐਲਾਨ ਕਰਨ ਲੱਗੇ 35 ਮਿੰਟਾਂ ਬਾਅਦ ਕਿ ਭਾਈ ਮੋਰਚਾ ਸ਼ੁਰੂ, ਪੁਲਿਸ ਨਾਲ ਹੀ ਫੜ ਕੇ ਲੈ ਗਈ, ਫਿਰ ਛੱਡ ਦਿੱਤਾ। ਹੁਣ ਉਹ ਕਹਿੰਦੇ ਅਸੀਂ ਫੇਰ ਬੈਠਣਾ। ਪਰ ਕਈ ਸਵਾਲ ਖੜਦੇ ਆ ਕਿ ਜਿਹੜੀਆਂ ਧਿਰਾਂ ਜਾਂ ਸ਼ਖਸੀਅਤਾਂ ਪਿਛਲੀ ਵਾਰੀ ਲੱਗੇ ਮੋਰਚੇ 'ਚ ਸਭ ਤੋਂ ਅੱਗੇ ਸੀ, ਐਤਕੀ ਪਿਛਾਂ ਕਿਉਂ ਆ? ਦੂਸਰੀ ਗੱਲ ਕਿ ਜੇ ਐਤਕੀ ਮੋਰਚਾ ਲੱਗਦਾ ਹੈ ਤਾਂ ਉਸ ਮੋਰਚੇ ਦੇ ਵਿੱਚ ਕਿਹੜਾ ਬੰਦਾ ਆਊਗਾ, ਸੰਗਤਾਂ ਦਾ ਸਹਿਯੋਗ ਜਿਹੜਾ ਕਿੱਦਾਂ ਦਾ ਮਿਲੂਗਾ? ਪਰ ਲੋਕ ਇਹ ਚਾਹੁੰਦੇ ਆ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਾਨੂੰ ਭੋਰਾ ਇਨਸਾਫ ਮਿਲ ਜਵੇ। ਉਹ ਰੁਪਿੰਦਰ ਸਿੰਘ ਹੋਰੀ ਸੀਗੇ ਨਾ, 2 ਨੌਜਵਾਨ ਭਰਾ ਜਿਨ੍ਹਾਂ ਨੂੰ ਪਹਿਲਾਂ ਕਿਹਾ ਸੀ ਇਹਨਾਂ ਨੇ ਸਾਜ਼ਿਸ਼ ਕੀਤੀ ਤੇ ਬਾਅਦ 'ਚ ਫਿਰ ਕਿਹਾ ਸੀ ਨਹੀਂ ਕੀਤੀ, ਉਹਨਾਂ ਨੂੰ ਵੀ ਸੱਦਿਆ ਸੀ ਬਿਆਨ ਦੇਣ ਦੇ ਲਈ SIT ਨੇ। ਉਹ ਕਹਿੰਦੇ ਜੀ ਅਸੀਂ ਤਾਂ ਇਸ ਆਸ ਤੇ ਕੋਆਪਰੇਟ ਕਰਦੇ ਹਾਂ, ਸਹਿਯੋਗ ਕਰਦੇ ਹਾਂ ਕਿ ਸ਼ਾਇਦ ਇਨਸਾਫ ਮਿਲ ਜਾਏ, ਆਸ ਸਾਨੂੰ ਘੱਟ ਆ। ਬਿਲਕੁਲ ਸਹੀ। ਇੱਕ ਚੀਜ਼ ਹੋਰ ਜ਼ਿਕਰ ਕਰਦੀ ਹੈ ਵੀ ਹੁਣ ਪੰਜਾਬ ਸਰਕਾਰ ਵੀ ਸੁਪਰੀਮ ਕੋਰਟ ਚਲ ਗਈ ਹੈ। ਉਹੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਹਾਈ ਕੋਰਟ ਨੇ ਨਹੀਂ ਸੀ ਰੱਦ ਕੀਤੀ ਵੀ ਆ ਜਿਹੜੀ SIT ਹੈ ਜੀ ਇਹ ਠੀਕ ਨਹੀਂ ਹੈਗੀ ਜਾਂਚ ਰਿਪੋਰਟ। ਪਰ ਹੈਰਾਨੀ ਵਾਲੀ ਗੱਲ ਇਹ ਆ ਵੀ ਜਦੋਂ ਖਬਰ ਬੰਦਾ ਪਹਿਲੀ ਸੱਟੇ ਦੇਖਦਾ ਤਾਂ ਐਂ ਲੱਗਦਾ ਵੀ ਇਹਦਾ ਮਤਲਬ ਅੱਛਾ ਵੀ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਜਾ ਕੇ ਅਪੀਲ ਕਰਤੀ। ਪਰ ਆਪਾਂ ਕਲੀਅਰ ਕਰਦੇ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸਿਰਫ ਇਹੋ ਹੀ ਅਪੀਲ ਕੀਤੀ ਹੈ ਕਿ ਜਿਹੜੀਆਂ ਪੰਜਾਬ ਸਰਕਾਰ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਜੀ ਉਹ ਤੁਸੀਂ ਉਹਦੇ ਵਿੱਚੋਂ ਹਟਾ ਦਿਓ, ਬਾਕੀ ਠੀਕ ਹੈ। ਨਹੀਂ ਦੇਖੋ ਸੰਧਾਲੀਆ ਸਾਹਿਬ, ਬੜੀ ਅਜੀਬ ਸਥਿਤੀ ਹੈ ਕਿ ਸਰਕਾਰ ਦੇ ਖਿਲਾਫ ਟਿੱਪਣੀ। ਉਹਨਾਂ ਨੇ ਵਿੱਚ ਇਹ ਵੀ ਲਿਖਿਆ ਕਿ ਇਹਦੇ ਨਾਲ ਹੋ ਸਕਦਾ ਇਨਸਾਫ ਦੇਣ ਦੇ ਵਿੱਚ ਕੋਈ ਦਿੱਕਤ ਆ ਜਾਵੇ, ਕਿਉਂਕਿ ਅਧਿਕਾਰ ਖੇਤਰ ਤੋਂ ਕਹਿੰਦੇ ਬਾਹਰ ਜਾ ਕੇ ਕੀਤਾ ਗਿਆ। ਚਲੋ ਠੀਕ ਹੈ, ਵੈਸੇ ਤਾਂ ਕੇਸ ਦੇ ਵਿੱਚ ਵੀ ਤਾਂ ਇਹੀ ਬੇਨਤੀ ਸੰਗਤ ਇਹੀ ਕਰਦੀ ਹੈ ਨਾ ਕਿ ਕਈ ਕੁਛ ਅਧਿਕਾਰ ਤੋਂ ਬਾਹਰ ਜਾ ਕੇ ਹੋਇਆ। ਉਹ ਅਧਿਕਾਰ ਤੋਂ ਬਾਹਰ ਜਾ ਕੇ ਕੀ ਹੋਇਆ? ਕਿਉਂਕਿ ਇੱਕ ਅਧਿਕਾਰ ਹੈ, ਦੂਸਰਾ ਲੋਕਾਂ ਦੀਆਂ ਭਾਵਨਾਵਾਂ ਨੇ। ਇੰਨੇ ਸਾਲ ਹੋ ਗਏ, ਦੇਖੋ ਸਰਕਾਰ ਨੂੰ ਹੁਣ ਇਸ ਗੱਲ ਦੀ ਤਾਂ ਫਿਕਰ ਹੈਗੀ ਆ, ਚਲੋ ਹੋਣੀ ਵੀ ਚਾਹੀਦੀ ਹੈ ਕਿ ਭਾਈ ਆਹ ਚੀਜ਼ਾਂ ਜਿਹੜੀਆਂ ਉਹ ਸਾਡੇ ਲਈ ਔਖੀਆਂ ਨੇ ਸਹਿਣ ਕਰਨੀਆਂ। ਤੇ ਜਿਹੜੇ ਲੋਕ, ਜਿਹੜੀ ਸੰਗਤ ਪੰਜਾਬ 'ਚ ਬੈਠੀ, ਦੇਸ਼ 'ਚ ਬੈਠੀ, ਵਿਦੇਸ਼ 'ਚ ਬੈਠੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਕੁਝ ਮੰਨਦੀ ਹੈ, ਉਹ ਸੰਗਤ ਪਿਛਲੇ ਕਿੰਨੇ ਸਾਲਾਂ ਤੋਂ ਉਡੀਕਦੀ ਹੈ ਕਿ ਭਾਈ ਅੰਗ ਪਾੜੇ ਗਏ ਸੀ, ਗਲੀਆਂ 'ਚ ਰੂੜੀਆਂ ਤੇ ਖਿਲਾਰੇ ਗਏ ਸੀ, ਬੇਅਦਬੀ ਕੀਤੀ ਗਈ ਸੀ, ਉਹਦੇ ਤੋਂ ਬਾਅਦ ਅਜੇ ਤੱਕ ਇਨਸਾਫ ਹੀ ਨਹੀਂ ਦਿੱਤਾ। ਉਹਨਾਂ ਦੇ ਨਾਲ ਕਿੰਨਾ ਖਿਲਵਾੜ ਹੋਇਆ। ਤੇ ਉਹ ਫਿਰ ਜ਼ਿੰਮੇਵਾਰੀ ਕਿਹਨਾਂ ਦੀ ਹੈ? ਜਾਂਚ ਏਜੰਸੀਆਂ ਤੁਹਾਡੇ ਕੋਲ ਨੇ, ਭਾਵੇਂ ਪਿਛਲੀ ਸਰਕਾਰ ਹੈ ਤੇ ਭਾਵੇਂ ਹੁਣ ਦੀ ਸਰਕਾਰ ਹੈ। ਉਹਨਾਂ ਦੇ ਲਈ ਤਾਂ ਸੁਪਰੀਮ ਕੋਰਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ, ਅਕਾਲ ਪੁਰਖ ਹੀ ਹੈ ਨਾ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਸ ਤਰੀਕੇ ਪਾੜ ਕੇ ਖਿਲਾਰੇ ਜਾਂਦੇ, ਅਗਲੇ ਇਨਸਾਫ ਭਾਲਦੇ ਆ। ਭਾਈ ਜਿੰਨੀ ਦਿੱਕਤ ਤੁਹਾਨੂੰ ਹੋਈ ਹੈ ਉਹਦੇ ਤੋਂ ਕਈ ਗੁਣਾ ਵੱਧ ਦਿੱਕਤ ਸੰਗਤ ਨੂੰ ਹੈ, ਉਹਨਾਂ ਦਿੱਕਤ ਵੀ ਦੂਰ ਕਰੋ। ਦੇਖੋ ਇਹ ਤਾਂ ਹੁਣ ਸਰਕਾਰਾਂ ਕਰਨਗੀਆਂ, ਕੁੱਲ ਮਿਲਾ ਕੇ ਆਪਣਾ ਸਮਾਂ ਮੁੱਕ ਗਿਆ ਸਾਹਿਬ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਅਸੀਂ ਫਿਰ ਬੇਨਤੀ ਇਹ ਕਰ ਦਿੰਦੇ ਹਾਂ ਕਿ ਭਾਈ ਕੋਈ ਵੀ ਲੀਡਰ ਆਉਂਦਾ ਸਤਿਕਾਰ ਕਰੋ, ਸੱਭਿਅਕ ਭਾਸ਼ਾ 'ਚ ਸਵਾਲ ਕਰੋ। ਘੇਰਨ ਦੇ ਨਾਲੋਂ ਸਵਾਲ ਠੀਕ ਹੈ, ਅਗਲਿਆਂ ਨੂੰ ਜਵਾਬ ਦੇਣ ਦਾ ਵੀ ਪੂਰਾ ਮੌਕਾ ਦਿਓ, ਜਿਹਦੇ ਨਾਲ ਕਿ ਲੋਕਤੰਤਰ ਬਹਾਲ ਰਹੇ। ਪਰ ਸਵਾਲ ਪੁੱਛੋ ਜ਼ਰੂਰ, ਢੰਗ ਦੇ ਪੁੱਛੋ। ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਤੁਸੀਂ ਬਹੁਤ ਪਿਆਰ ਦਿੰਦੇ ਹੋ, ਉਹਦੇ ਲਈ ਬੜਾ ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।